दाना अमरदास गुर हृदय ध्याओ, हृदय ध्याओ। श्री गुरु रामदास गुण गाओ। श्री हर जन बेगनन के, बेगनन के। श्री हर गोबिंद शुभ समत पर का शक। श्री हर राय नमोकार, नमोकार। श्री हर कृष्ण नमोनाय बोरी। तेग बहादुर परम कृपाला, सतगुर परम कृपाला। श्री गुरु गोबिंद सिंह बिसाला। तारों तारा पर पुन पुन सीसा, जी पुन पुन सीसा। बंदों बार बार जगदीसा, बंदों बार बार जगदीसा। ओ मुख मोटी बात प्रकाश, खरो करत है हास विलास। इम कह गुर कृपा बहु करी, प्रेमा भगत हृदय तिस धरी। वाहिगुरु जी का खालसा, वाहिगुरु जी की फतेह। वालिए कुल आलम, जुगो जुग अटल गरीब नवाज सतगुरु। गुरु ग्रंथ साहिब पातशाह जियां दी पावन पवित्र हजूरी दा आनंद मान रही गुरु की संगत। सतगुरु जियां ने सत संगत दे सुभागे समय बख्शिश कीते। धन गुरु गोबिंद सिंह महाराज जियां दे जीवन दी कथा आपां सरवण कर रहे हाँ। भाई नंद लाल जी ते एक किले दा दरोगा, ये दो जाने औरंगजेब दी नौकरी छड्ड के गुरु गोबिंद सिंह पातशाह दे कोल पहुँचे। भाई नंद लाल जियां ने बंदगी नामा सतगुरां दे अगे भेंट करके नमस्कार कीती है। गुरु पातशाह ने उहदा नाम जिंदगी नामा रखिया। जिहड़ा दरोगा नाल आया इन्हें 150 मोहर सतगुरां दे अगे रख के नमस्कार की है। महाराज साहब जी दोनों सिखां नूं निहाल कर रहे ने। इतिहास आपां कल दे दीवान विच सरवण कर आए। अगे जिवें गुरु पातशाह कृपा कर दे, आओ सरवण करिए, मिल के आखिए सतनाम श्री वाहिगुरु साहिब जी। ओ मुख मोटी बात प्रकाश, सतगुरु पातशाह महाराज साहब जी सो इस तरह भजन करते कहन लगे, भाई नंद लाल ने खुदा दे रस्ते नूं जान लिया है, इस करके इस नूं असीं गुरमुखां वाली पदी बख्शिश करते हाँ। सो इस तरह महाराज कहन लगे कि ये वड्डे बचन जिहड़े असीं बख्शे हन। खरो करत है हास विलास। ते सतगुरु पातशाह जी इस तरह सिखां दे नाल गुरमुखां दे नाल बचन विलास करदे। इम कह गुरु कृपा बहु करी। इस तरह महाराज जियां ने भाई नंद लाल दे उपर ते जिहड़ा नाल गुरमुखो दरोगा आया है ना, इन्हां दोवां दे उपर बहुत कृपा कीती है। प्रेमा भगत हृदय तिस धरी। ते उस वेले प्रेमा भगती
ਸਤਿਗੁਰੂ ਜੀਆਂ ਦੀ ਇਹਨਾਂ ਦੋਨਾਂ ਪਿਆਰਿਆਂ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤੀ ਹੈ। ਭਇਓ ਨਿਹਾਲ ਪਾਏ ਗੁਰ ਕਰੁਣਾ। ਸੋ ਗੁਰੂ ਪਾਤਸ਼ਾਹ ਦੀ ਕਿਰਪਾ ਪਾ ਕੇ ਕਹਿਣ ਲੱਗੇ ਵੀ ਭਾਈ ਨੰਦ ਲਾਲ ਜੀ ਅਤੇ ਨਾਲ ਆਇਆ ਹੋਇਆ ਦਰੋਗਾ ਦੋਨੇ ਨਿਹਾਲ ਹੋਏ ਹਨ। ਸੰਕਟ ਹਰਿਓ ਜਨਮ ਅਰ ਮਰਨਾ। ਅਤੇ ਜਿਹੜਾ ਜੰਮਣ ਤੇ ਮਰਨ ਦਾ ਸੰਕਟ ਸੀ ਨਾ ਗੁਰਮੁਖੋ, ਉਹ ਇਹਨਾਂ ਨੇ ਦੂਰ ਕਰ ਲਿਆ। ਜੰਮਣ ਦਾ ਦੁੱਖ, ਮਰਨ ਦਾ ਦੁੱਖ, ਇਹ ਜਿਹੜੇ ਵੱਡੇ ਦੁੱਖ ਨੇ ਇਹਨਾਂ ਨੇ ਦੂਰ ਕਰ ਲਏ ਹਨ। ਨੰਦ ਲਾਲ ਗੁਰ ਕੇ ਢਿਗਰ ਹੈ। ਨੰਦ ਲਾਲ ਜਿਹੜੇ ਨੇ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਸੰਗਤ ਵਿੱਚ ਨਾਲ ਰਹਿੰਦੇ ਹਨ। ਬ੍ਰਹਮ ਗਿਆਨ ਮੈਂ ਨਿਚਲ ਹੈ। ਤੇ ਗੁਰਮੁਖੋ ਬ੍ਰਹਮ ਗਿਆਨ ਦਾਤ ਦੀ ਜਿਹੜੀ ਪ੍ਰਾਪਤੀ ਹੋਈ ਹੈ, ਮਹਾਰਾਜ ਨੇ ਬਚਨ ਕੀਤਾ ਸੀ ਇਸ ਨੂੰ ਅਸੀਂ ਗੁਰਮੁਖ ਪਦਵੀ ਬਖਸ਼ਿਸ਼ ਕੀਤੀ ਹੈ। ਸੋ ਗੁਰਮੁਖ ਪਦਵੀ ਤੋਂ ਭਾਵ ਵੱਡੀ ਦਾਤ, ਜਿਹਦਾ ਮੁਖ ਹਰ ਵੇਲੇ ਗੁਰੂ ਵੱਲ ਰਵੇ ਅਤੇ ਗੁਰੂ ਮਰਿਆਦਾ ਵਿੱਚ ਵਿਚਰੇ, ਐਸੀ ਦਾਤ ਭਾਈ ਨੰਦ ਲਾਲ ਜੀਆਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸੰਗਤ ਵਿੱਚੋਂ ਪ੍ਰਾਪਤ ਹੋ ਰਹੀ ਹੈ। ਤਾਨੇ ਆਪਣੋ ਸੰਤਨ ਕੋ ਦੇਵੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ, ਭਾਈ ਨੰਦ ਲਾਲ ਜੀ ਜਿਹੜੀ ਕਮਾਈ ਵਗੈਰਾ ਕਰਦੇ, ਉਹ ਜਿੱਥੇ ਆਪਣੀ ਸੰਤਾਨ ਰਹਿੰਦੀ ਹੈ ਉਹਨਾਂ ਨੂੰ ਧਨ ਜਿਹੜਾ ਪਹੁੰਚਦਾ ਕਰਦੇ ਹਨ। ਗੁਰ ਸਿੱਖਨ ਕੋ ਹਿਤ ਕਰ ਸੇਵੈ। ਅਤੇ ਗੁਰੂ ਕਿਆਂ ਸਿੱਖਾਂ ਦੀ ਸੇਵਾ ਜਿਹੜੀ ਹੈ ਉਹ ਭਾਈ ਨੰਦ ਲਾਲ ਜੀ ਬੜੇ ਪਿਆਰ ਦੇ ਨਾਲ, ਭਾਵਨਾ ਨਾਲ ਕਰਦੇ ਹਨ। ਵਿਦਾ ਹੋਏ ਕਬ ਘਰ ਕੋ ਜਾਏ। ਕਦੇ ਕਦੇ ਮਹਾਰਾਜ ਸਾਹਿਬ ਜੀਆਂ ਦੇ ਕੋਲੋਂ ਵਿਦਾਇਗੀ ਲੈ ਕੇ ਸਾਲ ਪਿਛੋਂ 6 ਮਹੀਨੇ ਪਿਛੋਂ ਕਿ ਮਹਾਰਾਜ ਆਗਿਆ ਦਿਓ ਮੈਂ ਬੱਚਿਆਂ ਨੂੰ ਮਿਲਾਵਾਂ, ਪਰਿਵਾਰ ਨੂੰ ਮਿਲਾਵਾਂ, ਇਸ ਤਰ੍ਹਾਂ ਕਦੇ ਕਦੇ ਆਪਣੇ ਨਗਰ ਜਾਂਦਾ ਹੈ। ਧਰਤ ਧਿਆਨ ਔਰ ਵਿਖੇ ਬਸਾਏ। ਅਤੇ ਜਦੋਂ ਘਰੇ ਚਲੇ ਜਾਂਦਾ ਗੁਰਮੁਖੋ, ਉਦੋਂ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਧਿਆਨ ਹਿਰਦੇ ਵਿੱਚ ਹਮੇਸ਼ਾ ਇਸ ਦੇ ਯਾਦ ਰਹਿੰਦਾ, ਸਤਿਗੁਰਾਂ ਦੇ ਧਿਆਨ ਵਿੱਚ ਜੁੜਿਆ ਹੈ। ਬਹੁਰ ਨਿਕਟ ਰਹਿਬੇ ਕੋ ਆਵੇ। ਕੁਝ ਸਮਾਂ ਇਹ ਭਾਈ ਨੰਦ ਲਾਲ ਜੀ ਆਪਣੇ ਘਰ ਰਹਿੰਦੇ ਨੇ, ਆਪਣੇ ਪਿੰਡ ਰਹਿੰਦੇ ਨੇ ਪਰਿਵਾਰ ਬੱਚਿਆਂ ਦੇ ਨਾਲ, ਤੇ ਫਿਰ ਸਤਿਗੁਰਾਂ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਹਨ। ਦਰਬ ਵਿਸਾਲ ਅਕੋਰ ਚੜਾਵੇ। ਸਤਿਗੁਰਾਂ ਦੇ ਅੱਗੇ ਬੇਅੰਤ ਮਾਇਆ ਜਿਹੜੀ ਹੈ ਉਹ ਆਪਣੀ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਭਾਈ ਨੰਦ ਲਾਲ ਜੀ ਸਤਿਗੁਰਾਂ ਨੂੰ ਭੇਟ ਕਰਦੇ ਹਨ। ਇਸੇ ਬਹਾਦਰ ਸ਼ਾਹ ਚਿਤਾਰੈ। ਤੇ ਕਹਿਣ ਲੱਗੇ ਵੀ ਭਾਈ ਨੰਦ ਲਾਲ ਜੀ ਦਾ ਗੁਰਮੁਖੋ ਪ੍ਰੇਮ ਬਹਾਦਰ ਸ਼ਾਹ ਦੇ ਨਾਲ ਹੈ। ਸੋ ਬਹਾਦਰ ਸ਼ਾਹ ਵੀ ਭਾਈ ਨੰਦ ਲਾਲ ਨੂੰ ਚੇਤੇ ਕਰਦਾ ਵੀ ਕਦੋਂ ਸਮਾਂ ਆਵੇ ਤੇ ਅਸੀਂ ਮਿੱਤਰ ਮਿੱਤਰ ਆਪਸ ਵਿੱਚ ਮਿਲੀਏ। ਸੋ ਕਹਿਣ ਲੱਗੇ ਐਸੀ ਭਾਵਨਾ ਹੈ, ਐਸਾ ਪ੍ਰੇਮ ਹੈ ਬਹਾਦਰ ਸ਼ਾਹ ਰਾਜੇ ਦਾ, ਜਿਹਦਾ ਨਾਮ ਹਾਲੇ ਮੁਅੱਜਮ ਹੈ, ਹਾਲੇ ਸ਼ਹਿਜ਼ਾਦਾ ਹੈ, ਰਾਜਾ ਨਹੀਂ ਬਣਿਆ ਹੈ, ਫਿਰ ਵੀ ਆਪਣੇ ਮਿੱਤਰ ਨੰਦ ਲਾਲ ਨੂੰ ਯਾਦ ਕਰਦੇ ਹਨ। ਵੱਡਾ ਬਲੀਵੋ ਸਤਤ ਉਚਾਰੈ। ਅਤੇ ਉਸਤਤ ਕਰਦੇ ਨੇ। ਇਹ ਸ਼ਹਿਜ਼ਾਦਾ ਜਿਹੜਾ ਔਰੰਗਜ਼ੇਬ ਦਾ ਹੈ ਉਹ ਉਸਤਤ ਕਰਦਾ, ਕਹਿਣ ਲੱਗੇ ਵੀ ਨੰਦ ਲਾਲ ਬਹੁਤ ਵੱਡਾ ਗੁਣਾਂ ਦੇ ਵਿੱਚ ਹੈ, ਉਹਦੇ ਵਰਗਾ ਗੁਣੀ ਗਿਆਨੀ, ਉਹਦੇ ਵਰਗਾ ਵਿਦਿਆ ਕਮਾਉਣ ਵਾਲਾ ਕੋਈ ਨਹੀਂ ਹੈ। ਇਸ ਤਰ੍ਹਾਂ ਕਹਿ ਲਈਏ ਵੀ ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦਾ ਪੁੱਤਰ ਹੈ ਉਹ ਭਾਈ ਨੰਦ ਲਾਲ ਦੀ ਸਿਫਤ ਕਰਦਾ ਵੀ ਉਹਨਾਂ ਵਰਗਾ ਕੋਈ ਐਸਾ ਗਿਆਨੀ ਨਹੀਂ ਹੈ। ਇਸ ਤੇ ਸੁਣ ਕਰਕੇ ਉਪਦੇਸ਼। ਜਿਹਦੇ ਕੋਲੋਂ ਉਪਦੇਸ਼ ਮੈਂ ਸੁਣਦਾ ਸੀ, ਗਿਆਨ ਦੀਆਂ ਗੱਲਾਂ, ਭਗਤੀ ਦੀਆਂ ਗੱਲਾਂ, ਗੁਰਮੁਖ ਮਾਰਗ ਦੀਆਂ ਗੱਲਾਂ, ਐਸੇ ਬਚਨ ਭਾਈ ਨੰਦ ਲਾਲ ਜੀ ਮੈਨੂੰ ਸੁਣਾਉਂਦੇ ਸਨ। ਗੁਰ ਕੀ ਮਹਿਮਾ ਲਖੈ ਵਿਸ਼ੇਸ਼। ਅਤੇ ਭਾਈ ਨੰਦ ਲਾਲ ਦੇ ਜਰੀਏ ਇਹ ਜਿਹੜਾ ਬਹਾਦਰ ਸ਼ਾਹ ਰਾਜਾ ਹੈ, ਗੁਰਮੁਖੋ ਰਾਜਾ ਆਪਾਂ ਤਾਂ ਕਹਿ ਦਿੰਦੇ ਹਾਂ ਕਿਉਂਕਿ ਬਾਅਦ ਵਿੱਚ ਹਿੰਦੁਸਤਾਨ ਦੇ ਤਖਤ ਤੇ ਬੈਠਾ ਰਾਜਾ ਬਣ ਕੇ ਪ੍ਰਸਿੱਧ ਹੋਇਆ, ਪਰ ਜਿਹੜੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਇਸ ਕਥਾ ਦੇ ਵਿੱਚ ਹਾਲੇ ਇਹ ਰਾਜਾ ਨਹੀਂ ਬਣਿਆ, ਹਾਲੇ ਇਹ ਸ਼ਹਿਜ਼ਾਦਾ ਹੀ ਹੈ। ਕਹਿਣ ਲੱਗੇ ਵੀ ਇਹ ਭਾਈ ਨੰਦ ਲਾਲ ਦੇ ਰਾਹੀਂ ਇਸ ਨੇ ਮਹਿਮਾ ਜਾਣੀ ਹੈ। ਔਰ ਗੁਰਮੁਖੋ ਜਦੋਂ ਔਰੰਗਜ਼ੇਬ ਦੇ ਮਰਨ ਤੋਂ ਮਗਰੋਂ ਔਰੰਗਜ਼ੇਬ ਦੇ ਪੁੱਤਰਾਂ ਦੇ ਵਿੱਚ ਰਾਜ ਦਾ ਝਗੜਾ ਪੈ ਗਿਆ ਨਾ ਵੀ ਤਖਤ ਤੇ ਕੌਣ ਬੈਠੇਗਾ, ਇਹ ਭਾਈ ਨੰਦ ਲਾਲ ਦੇ ਕੋਲੋਂ ਇਸ ਨੇ ਮਹਿਮਾ ਸੁਣੀ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀਆਂ ਦੀ। ਫਿਰ ਛੇਤੀ ਨਾਲ ਇਸ ਨੇ ਵਜ਼ੀਰ ਆਪਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਭੇਜੇ ਸਨ। ਮਹਾਰਾਜ ਤੁਸੀਂ ਮਾਲਕ ਹੋ, ਤੁਸੀਂ ਜਿਹਨੂੰ ਚਾਹੋ ਤਖਤ ਤੇ ਬਿਠਾ ਸਕਦੇ ਹੋ। ਗੁਰਮੁਖੋ ਔਰੰਗਜ਼ੇਬ ਜਿਹੜਾ ਬਾਦਸ਼ਾਹ ਉਹ ਵੈਰੀ ਬਣਿਆ, ਸਤਿਗੁਰਾਂ ਦੇ ਸਾਹਿਬਜ਼ਾਦੇ ਸ਼ਹੀਦ ਕਰਵਾਉਂਦਾ ਪਿਆ, ਕਈ ਤਰ੍ਹਾਂ ਦੇ ਪਾਪ ਕਰਦਾ ਪਿਆ, ਪਰ ਔਰੰਗਜ਼ੇਬ ਦੀ ਜਿਹੜੀ ਸੰਤਾਨ ਹੈ ਬਹਾਦਰ ਸ਼ਾਹ ਜਿਹੜਾ
ਉਹ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ਰਨ ਵਿੱਚ ਪਿਆ। ਮਹਾਰਾਜ ਜੇ ਤੁਸੀਂ ਚਾਹੋਗੇ ਤਾਂ ਹਿੰਦੁਸਤਾਨ ਦਾ ਰਾਜ ਮੈਨੂੰ ਮਿਲ ਸਕਦਾ ਹੈ। ਤੇ ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਫਿਰ ਮਹਾਰਾਜ ਨੇ ਇਸ ਨੂੰ ਹਿੰਦੁਸਤਾਨ ਦਾ ਤਖਤ ਦਿਵਾਇਆ। ਔਰ ਇਹ ਮਹਾਰਾਜ ਦੇ ਨਾਲ ਹੀ ਫਿਰ ਕਾਫੀ ਸਮਾਂ ਰਿਹਾ ਜਦੋਂ ਮਹਾਰਾਜ ਹਜ਼ੂਰ ਸਾਹਿਬ ਦੀ ਧਰਤੀ ਨੂੰ ਗਏ। ਸੋ ਇਹ ਬਚਨ ਇੱਥੇ ਤਾਂ ਆਪਾਂ ਸਰਵਣ ਕੀਤਾ ਹੈ। ਬਹਾਦਰ ਸ਼ਾਹ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਲੱਗਣਾ, ਇਹਦਾ ਕਾਰਨ ਭਾਈ ਨੰਦ ਲਾਲ ਹੀ ਹੈ, ਕਿਉਂਕਿ ਨੰਦ ਲਾਲ ਬਹਾਦਰ ਸ਼ਾਹ ਦਾ ਦੋਸਤ ਹੈ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੇਵਕ ਹੈ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਦੇ ਕੋਲ ਹਰ ਵੇਲੇ ਕਹਿੰਦਾ ਰਹਿੰਦਾ ਸੀ ਵੀ ਸਤਿਗੁਰੂ ਮਹਾਨ ਨੇ, ਸਤਿਗੁਰੂ ਵਲੀ ਨੇ, ਸਤਿਗੁਰੂ ਅਵਤਾਰ ਨੇ। ਇਸ ਕਰਕੇ ਉਹ ਮਹਿਮਾ ਬਹਾਦਰ ਸ਼ਾਹ ਤਾਂ ਜਾਣ ਗਿਆ ਸਤਿਗੁਰਾਂ ਦੀ, ਔਰ ਤਾਂ ਹੀ ਉਹ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਕਿ ਮਹਾਰਾਜ ਮੈਨੂੰ ਰਾਜ ਭਾਗ ਦਿਵਾ ਦਿਓ। ਸੋ ਇਹ ਇੱਕ ਕਾਰਨ ਬਣਿਆ। ਬਹਾਦਰ ਸ਼ਾਹ ਸਤਿਗੁਰਾਂ ਦੀ ਮਹਿਮਾ ਤਾਂ ਜਾਣ ਸਕਿਆ। ਕਹਿਣ ਲੱਗੇ ਇਸ ਤਰ੍ਹਾਂ ਇਹ ਜਿਹੜਾ ਬਹਾਦਰ ਸ਼ਾਹ ਹੈ ਇਹ ਆਪਣੇ ਮਿੱਤਰ ਨੰਦ ਲਾਲ ਨੂੰ ਯਾਦ ਕਰਦਾ ਹੈ। ਮਹਾਸ਼ਰਈਨ ਤੇ ਡਰ ਪਾਵੇ। ਪਰ ਜਿਹੜੇ ਵੱਡੇ ਵੱਡੇ ਸ਼ਰ੍ਹਾ ਦੇ ਵਿੱਚ ਨੇ ਨਾ, ਹੁਣ ਰੰਗਜੀਤ ਦੀ ਸਭਾ ਦੇ ਵਿੱਚ ਇੱਕ ਟੁਕੜੀ ਜਾਂ ਕਹਿ ਲਈਏ ਇੱਕ ਗਰੁੱਪ ਉਹਨਾਂ ਲੋਕਾਂ ਦਾ ਜਿਹੜੇ ਸ਼ਰ੍ਹਾ ਵਿੱਚ ਬੜੇ ਮਜ਼ਬੂਤ ਨੇ, ਸ਼ਰ੍ਹਾ ਦੇ ਵਿੱਚ ਬੜੇ ਵੱਡੇ ਆਪਣੇ ਆਪ ਨੂੰ ਕੱਟੜ ਖਵਾਉਂਦੇ, ਉਹ ਬਹਾਦਰ ਸ਼ਾਹ ਦੀ ਪੇਸ਼ ਨਹੀਂ ਜਾਣ ਦੇਣਗੇ। ਇਸ ਕਰਕੇ ਨੰਦ ਲਾਲ ਨੂੰ ਬੁਲਾ ਨਹੀਂ ਸਕਦਾ, ਉਹਨਾਂ ਦੇ ਕੋਲੋਂ ਡਰਦਾ ਹੋਇਆ। ਇਹ ਬਹਾਦਰ ਸ਼ਾਹ ਵੀ ਕਿਤੇ ਸ਼ਰ੍ਹਾ ਨੂੰ ਮੰਨਣ ਵਾਲੇ ਬਗਾਵਤ ਨਾ ਕਰ ਦੇਣ, ਸੋ ਇਸ ਕਰਕੇ ਡਰਦਾ ਹੋਇਆ ਪਿੱਛੇ ਰਹਿੰਦਾ ਹੈ। ਉਧਰ ਤਰਾਸ ਕੋ ਹਿਰਦੈ ਵਸਾਵੇ। ਇੱਕ ਆਪਣੇ ਪਿਤਾ ਦਾ ਡਰ ਵੀ ਹੈ, ਇੱਕ ਤੇ ਸ਼ਰ੍ਹਾ ਵਾਲੇ ਜਿਹੜੇ ਸ਼ਰੀਅਤ ਲੋਕ ਨੇ ਉਹਨਾਂ ਦਾ ਡਰ ਹੈ। ਉਹ ਲੋਕ ਮੇਰੇ ਖਿਲਾਫ ਹੋ ਜਾਣਗੇ ਜੇ ਮੈਂ ਨੰਦ ਲਾਲ ਨੂੰ ਕੋਲ ਬੁਲਾ ਲਿਆ। ਦੂਜਾ ਡਰ ਇਹ ਆ ਵੀ ਮੇਰੇ ਪਿਤਾ ਜਿਹੜਾ ਔਰੰਗਜ਼ੇਬ ਹੈ ਇਹ ਵੀ ਬੜਾ ਸਖਤ ਤੇ ਜ਼ਾਲਮ ਸੁਭਾਅ ਦਾ ਇਹ ਆਦਮੀ ਹੈ, ਇਹਦੇ ਅੱਗੇ ਵੀ ਮੇਰਾ ਜ਼ੋਰ ਨਹੀਂ ਚੱਲੇਗਾ। ਇਸ ਤਰ੍ਹਾਂ ਦੋ ਕਾਰਨਾਂ ਕਰਕੇ ਇਹ ਨੰਦ ਲਾਲ ਨੂੰ ਆਪਣੇ ਕੋਲ ਬੁਲਾ ਨਹੀਂ ਸਕਦਾ, ਪਰ ਯਾਦ ਜ਼ਰੂਰ ਕਰਦਾ ਹੈ। ਨਹਿ ਮਿਲ ਸਕੈ ਜਾਨ ਇਸ ਕਾਰਨ। ਇਹ ਕਾਰਨ ਨੇ ਗੁਰਮੁਖੋ ਵੀ ਨੰਦ ਲਾਲ ਤੇ ਇਹ ਬਹਾਦਰ ਸ਼ਾਹ ਆਪਸ ਵਿੱਚ ਮਿਲ ਨਹੀਂ ਸਕਦੇ। ਮਿਲਣ ਦੇ ਦੋ ਵੱਡੇ ਕਾਰਨ, ਇੱਕ ਤੇ ਜਿਹੜੇ ਸ਼ਰੀਅਤ ਨੂੰ ਮੰਨਣ ਵਾਲੇ ਲੋਕ ਨੇ ਉਹ ਨਹੀਂ ਮਿਲਣ ਦੇਣਗੇ, ਉਹ ਬਗਾਵਤ ਕਰ ਦੇਣਗੇ, ਉਲਟ ਹੋ ਜਾਣਗੇ। ਅਤੇ ਦੂਜਾ ਔਰੰਗਜ਼ੇਬ ਜਿਹੜਾ ਹੈ ਉਹ ਵੀ ਨਹੀਂ ਚਾਹੇਗਾ। ਇਸ ਕਰਕੇ ਦੋ ਵੱਡੇ ਕਾਰਨ ਨੇ, ਉਹਦੇ ਕਰਕੇ ਇਹ ਬਹਾਦਰ ਸ਼ਾਹ ਤੇ ਨੰਦ ਲਾਲ ਆਪਸ ਵਿੱਚ ਮਿਲੇ ਨਹੀਂ ਹਨ। ਹਿਰਦੈ ਲਿਖੈ ਗੁਰ ਕਰੈ ਉਦਾਹਰਨ। ਪਰ ਮਨ ਵਿੱਚ ਜਾਣਦਾ ਬਹਾਦਰ ਸ਼ਾਹ ਇਸ ਗੱਲ ਨੂੰ ਵੀ ਜੇ ਨੰਦ ਲਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਚਲੇ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਦਾ ਭਲਾ ਕਰ ਦੇਣਗੇ, ਸੰਸਾਰ ਤੋਂ ਇਹਨੂੰ ਤਾਰ ਦੇਣਗੇ, ਮੁਕਤ ਕਰ ਦੇਣਗੇ, ਚੰਗੀ ਜਗ੍ਹਾ ਤੇ ਗਿਆ ਹੈ ਆਪਣੇ ਭਲੇ ਵਾਸਤੇ। ਇਸ ਗੱਲ ਦੀ ਵਿਚਾਰ ਵੀ ਕਰਦਾ ਹੈ। ਬੀਚ ਆਨੰਦਪੁਰ ਬੜੇ ਆਨੰਦ। ਆਨੰਦਪੁਰ ਸਾਹਿਬ ਦੇ ਵਿੱਚ ਗੁਰਮੁਖੋ ਬਹੁਤ ਵੱਡੇ ਆਨੰਦ ਹਨ। ਮਿਲੇ ਆਨਗਨ ਸਿੱਖ ਬਿਲੰਦ। ਬੇਅੰਤ ਸਿੱਖ ਸੰਗਤਾਂ ਆ ਕੇ ਮਿਲਦੀਆਂ ਇੱਥੇ, ਬੇਅੰਤ ਸੰਗਤਾਂ ਆ ਕੇ ਆਨੰਦਪੁਰ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਹਨ। ਸਭ ਡੇਰਨ ਮਹਿ ਲੰਗਰ ਹੋਏ। ਤੇ ਗੁਰਮੁਖੋ ਸਤਿਗੁਰਾਂ ਨੇ ਨਾ ਵੱਖ-ਵੱਖ ਜਥੇਦਾਰ ਥਾਪੇ ਲੰਗਰ ਵਾਲੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਆਨੰਦਪੁਰ ਸਾਹਿਬ ਦੇ ਵਿੱਚ ਸਰੀਰ ਕਰਕੇ ਰਹਿੰਦੇ ਨੇ, ਉਦੋਂ ਇੱਕ ਲੰਗਰ ਦੇ ਨਾਲ ਪੂਰੀ ਨਹੀਂ ਪੈਂਦੀ ਹੈ ਵੀ ਇੱਕੋ ਹੀ ਲੰਗਰ ਘਰ ਹੋਵੇਗਾ ਤੇ ਸਾਰੇ ਉੱਥੋਂ ਪ੍ਰਸ਼ਾਦਾ ਛਕ ਲੈਣਗੇ। ਨਹੀਂ, ਸੰਗਤ ਬਹੁਤ ਆਉਂਦੀ ਹੈ। ਮਹਾਰਾਜ ਨੇ ਵੱਖ-ਵੱਖ ਜਥੇਦਾਰ ਥਾਪ ਦਿੱਤੇ। ਇਸ ਵਿਅਕਤੀ ਦੇ ਨਾਲ ਇੰਨੇ ਬੰਦੇ ਕੰਮ ਕਰਨਗੇ, ਇਹਦਾ ਲੰਗਰ ਇਸ ਪਾਸੇ ਹੋਵੇਗਾ, ਦੂਜੇ ਦਾ ਲੰਗਰ ਇਸ ਪਾਸੇ ਹੋਵੇਗਾ। ਆਨੰਦਪੁਰ ਸਾਹਿਬ ਦੇ ਵਿੱਚ ਕਈ ਲੰਗਰ ਚੱਲਦੇ ਸੰਗਤਾਂ ਵਾਸਤੇ, ਸਾਰਿਆਂ ਦੇ ਵੱਖਰੇ ਵੱਖਰੇ ਜਥੇਦਾਰ ਮਹਾਰਾਜ ਨੇ ਥਾਪੇ ਹਨ। ਭੁੱਖਾ ਰਹਿ ਨਾ ਪਾਵੇ ਕੋਈ। ਸਤਿਗੁਰਾਂ ਦਾ ਹੁਕਮ ਇਹ ਹੈ ਵੀ ਜਿਹੜਾ ਸੰਗਤ ਆਵੇ, ਸੰਗਤ ਵਿੱਚੋਂ ਵੀ ਕੋਈ ਭੁੱਖਾ ਨਾ ਸੋਵੇ। ਜਿਹੜਾ ਆਨੰਦਪੁਰ ਸਾਹਿਬ ਦੇ ਵਿੱਚ ਰਹਿਣ ਵਾਲਾ ਜੇ ਉਹ ਵੀ ਲੰਗਰ ਛਕਣਾ ਚਾਹਵੇ ਤੇ ਉਹ ਵੀ ਭੁੱਖਾ ਨਾ ਰਵੇ। ਜਿਹੜੇ ਦਿਹਾੜੀਦਾਰ ਨੇ, ਮਜ਼ਦੂਰ ਨੇ, ਰੋਜ਼ ਦਾ ਕੰਮਕਾਰ ਕਰਨ ਵਾਲੇ, ਜੇ ਉਹ ਵੀ ਲੰਗਰ ਪ੍ਰਸਾਦਾ ਨਹੀਂ ਬਣਾ ਸਕਦੇ ਤੇ ਉਹ ਵੀ ਲੰਗਰ ਵਿੱਚੋਂ ਆ ਕੇ ਛਕ ਲੈਣ। ਪਰ ਸਾਡੇ ਹੁੰਦਿਆਂ ਕੋਈ ਵੀ ਇੱਥੇ ਆਨੰਦਪੁਰ ਸਾਹਿਬ ਦੇ ਵਿੱਚ ਭੁੱਖਾ ਨਾ ਸੋਵੇ, ਨਾ ਸੰਗਤ ਵਿੱਚੋਂ, ਨਾ ਆਨੰਦਪੁਰ ਸਾਹਿਬ ਦਾ ਵਾਸੀ, ਨਾ ਕੋਈ ਮਜ਼ਦੂਰੀ ਕਰਨ ਵਾਲਾ ਮਜ਼ਦੂਰ ਜਿਹੜਾ ਵੀ ਆਵੇ ਉਹ ਭੋਜਨ ਜ਼ਰੂਰ ਛਕੇ। ਇਸ ਕਰਕੇ ਬਹੁਤੇ ਲੰਗਰਾਂ ਦੀ ਜ਼ਰੂਰਤ ਹੈ ਤੇ ਸਤਿਗੁਰਾਂ ਨੇ ਬਹੁਤੇ ਜਥੇਦਾਰ ਲੰਗਰ ਵਾਸਤੇ ਥਾਪੇ ਹਨ। ਭਾਈ ਗੁਰੂ ਢਿੱਗ ਇੱਕ ਦਿਨ ਚਰਚਾ। ਸਤਿਗੁਰਾਂ ਦੇ ਕੋਲ ਗੁਰਮੁਖੋ ਇੱਥੋਂ ਇੱਕ ਨਵੀਂ ਸਾਖੀ ਆਰੰਭ ਹੋਈ ਹੈ। ਇਹ ਬੜਾ ਵੱਡਾ ਇਤਿਹਾਸ ਹੈ ਜਿਹੜਾ ਆਪਾਂ ਸੁਣਨ ਵਾਸਤੇ ਹੁਣ ਜਾ ਰਹੇ ਹਾਂ।
ਇੱਕ ਦਿਨ ਮਹਾਰਾਜ ਬੈਠੇ ਹੋਏ ਦਰਬਾਰ ਦੇ ਵਿੱਚ ਤੇ ਚਰਚਾ ਛਿੜ ਪਈ, ਵਿਚਾਰ ਛਿੜ ਪਈ। ਕਈ ਸਿੱਖ ਮਹਾਰਾਜ ਦੇ ਕੋਲ ਬੈਠੇ ਹੋਏ, ਐਸੀ ਵਿਚਾਰ ਚੱਲੀ ਹੈ। ਹਿਤ ਦੇਗਨ ਕੇ ਸਭ ਧਨ ਖਰਚਾ। ਸਾਰੇ ਆਖਦੇ ਮਹਾਰਾਜ ਮੈਂ ਲੰਗਰ ਵਾਸਤੇ ਬੜੀ ਮਾਇਆ ਖਰਚਦਾ, ਤੇ ਮੈਂ ਲੰਗਰ ਵਿੱਚ ਇਹ ਚੀਜ਼ਾਂ ਬਣਾਉਂਦਾ ਸੰਗਤ ਵਾਸਤੇ। ਦੂਜਾ ਆਖਦਾ ਮਹਾਰਾਜ ਮੇਰੇ ਲੰਗਰ ਦਾ ਇਹਦੇ ਨਾਲੋਂ ਵੀ ਜ਼ਿਆਦਾ ਖਰਚਾ, ਮੈਂ ਇਹਦੇ ਨਾਲੋਂ ਵੀ ਜ਼ਿਆਦਾ ਚੰਗੇ ਪਕਵਾਨ ਬਣਾਉਂਦਾ ਸੰਗਤ ਵਾਸਤੇ। ਤੀਜਾ ਆਖਦਾ ਮਹਾਰਾਜ ਮੇਰਾ ਲੰਗਰ ਵੀ ਬੜਾ ਹੀ ਵਧੀਆ ਬਣਦਾ, ਸੰਗਤ ਜਿਹੜੀ ਛਕਦੀ ਹੈ ਉਹ ਵਾਰ-ਵਾਰ ਮੇਰੇ ਲੰਗਰ ਵਿੱਚ ਹੀ ਆਉਂਦੀ ਹੈ, ਮੇਰਾ ਵੀ ਇੰਨਾ ਖਰਚਾ ਹੈ। ਇਹ ਜਿੰਨੇ ਜਥੇਦਾਰ ਥਾਪੇ ਨਾ ਮਹਾਰਾਜ ਨੇ ਉਹ ਸਾਰੇ ਆਪਣੀ ਆਪਣੀ ਸਿਫਤ ਕਰਦੇ ਪਏ, ਮੇਰਾ ਲੰਗਰ ਦੂਜੇ ਨਾਲੋਂ ਵਧੀਆ ਹੈ, ਮੇਰੇ ਲੰਗਰ ਵਿੱਚ ਜ਼ਿਆਦਾ ਵਧੀਆ ਪਕਵਾਨ ਬਣਦੇ, ਸਵਾਦਲੇ ਬਣਦੇ, ਮੇਰੇ ਲੰਗਰ ਦਾ ਖਰਚਾ ਬੜਾ ਹੁੰਦਾ ਹੈ। ਐਸੀ ਚਰਚਾ ਮਹਾਰਾਜ ਦੇ ਦਰਬਾਰ ਵਿੱਚ ਚੱਲੀ ਹੈ। ਨਿਜ ਨਿਜ ਡੇਰੇ ਸਗਰੇ ਕਰਹੀ। ਆਪੋ ਆਪਣੇ ਲੰਗਰਾਂ ਦੇ ਵਿੱਚ ਸਾਰਿਆਂ ਦਾ ਪ੍ਰਬੰਧ ਗੁਰਮੁਖੋ ਬੜਾ ਘੈਂਟ ਹੈ, ਚੰਗਾ ਪ੍ਰਬੰਧ ਹੈ, ਮਾੜਾ ਕੋਈ ਨਹੀਂ ਹੈ। ਹਰੇਕ ਦੇ ਲੰਗਰ ਦੇ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ, ਪ੍ਰਸ਼ਾਦੇ, ਭੋਜਨ ਬਣਦੇ। ਜੋ ਵੀ ਉਸ ਵੇਲੇ ਦਾ ਪ੍ਰਸ਼ਾਦਾ ਭੋਜਨ ਸੀ ਨਾ, ਸਾਰਿਆਂ ਲੰਗਰਾਂ ਦੇ ਵਿੱਚ ਵਧੀਆ ਬਣਦਾ, ਚੰਗਾ ਬਣਦਾ, ਮਾੜਾ ਨਹੀਂ ਕਿਤੇ ਵੀ ਬਣਦਾ। ਔਰ ਲੰਗਰ ਦਾ ਬੜਾ ਵਧੀਆ ਪ੍ਰਬੰਧ ਹੈ। ਸਾਰੇ ਹੀ ਬੜੀ ਤਾਰੀਫ ਕਰਦੇ ਆਪੋ ਆਪਣੇ ਲੰਗਰ ਦੀ ਕਿ ਮੇਰਾ ਵਧੀਆ, ਦੂਜਾ ਆਖਦਾ ਮੇਰਾ ਵਧੀਆ। ਕਹਿਣ ਲੱਗੇ ਫਿਰ ਆਓ ਭਗਤ ਕੋ ਨੀਕੇ ਧਰਹੀ। ਸਾਰਿਆਂ ਨੇ ਪ੍ਰੇਮਾ ਭਗਤੀ ਨੂੰ ਹਿਰਦੇ ਵਿੱਚ ਧਾਰਨ ਕੀਤਾ। ਸਾਰੇ ਹੀ ਮਹਾਰਾਜ ਦੇ ਜਿਹੜੇ ਜਥੇਦਾਰ ਨੇ ਬੜੇ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਆਪ ਲੰਗਰ ਹਾਲ ਦੇ ਵਿੱਚ ਜਾ ਕੇ ਹਲਵਾਈਆਂ ਦੇ ਨਾਲ ਲੱਗ ਕੇ, ਲਾਂਗਰੀਆਂ ਦੇ ਨਾਲ ਲੱਗ ਕੇ ਪ੍ਰਸ਼ਾਦਾ ਬਣਵਾਉਂਦੇ। ਆਪ ਜਦੋਂ ਲੰਗਰ ਵਰਤਦਾ ਫਿਰ ਆ ਕੇ ਗੇੜਾ ਮਾਰਦੇ, ਵੇਖਦੇ, ਪੂਰੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਲੰਗਰ ਬਣਦਾ ਤੇ ਵਰਤਦਾ ਹੈ। ਭਲੇ ਭਲੇ ਸਿੱਖ ਕਰੈ ਬਖਾਨ। ਤੇ ਸਾਰੇ ਸਿੱਖ ਆਖਦੇ ਕਿ ਲੰਗਰ ਦਾ ਬੜਾ ਚੰਗਾ ਪ੍ਰਬੰਧ ਹੈ ਜੀ, ਲੰਗਰ ਦਾ ਬੜਾ ਚੰਗਾ ਪ੍ਰਬੰਧ ਹੈ ਜੀ। ਸਾਰੇ ਹੀ ਆ ਕੇ ਆਖਦੇ, ਕੋਈ ਇਹ ਨਹੀਂ ਆਖਦਾ ਵੀ ਮੈਨੂੰ ਫਲਾਣੇ ਲੰਗਰ 'ਚੋਂ ਲੰਗਰ ਮਾੜਾ ਮਿਲਿਆ, ਜਾਂ ਉਸ ਲੰਗਰ ਵਿੱਚ ਬੈਠਣ ਦਾ ਪ੍ਰਬੰਧ ਨਹੀਂ ਹੈ, ਛਕਣ ਦਾ ਪ੍ਰਬੰਧ ਨਹੀਂ ਹੈ, ਬਰਤਨਾਂ ਦਾ ਪ੍ਰਬੰਧ ਨਹੀਂ ਹੈ, ਜਾਂ ਲੰਗਰ ਦੇ ਵਿੱਚ ਕੋਈ ਘਾਟ ਹੈ। ਨਹੀਂ, ਸੰਗਤਾਂ ਆਪ ਆ ਕੇ ਆਖਦੀਆਂ ਇਹ ਲੰਗਰ ਬੜਾ ਸੋਹਣਾ ਬਣਾਉਂਦੇ ਨੇ, ਬੜਾ ਚੰਗਾ ਪ੍ਰਬੰਧ ਹੈ। ਸੰਗਤ ਵੀ ਤਾਰੀਫ ਕਰਦੀ ਆ ਕੇ, ਚੰਗਾ ਲੰਗਰ ਜਿਸ ਵੇਲੇ ਮਿਲਦਾ ਹੈ। ਗੁਰੂ ਜੀ ਲੰਗਰ ਹੋਏ ਮਹਾਨ। ਤੇ ਸਤਿਗੁਰਾਂ ਨੂੰ ਦੱਸਦੀਆਂ ਸੰਗਤਾਂ ਮਹਾਰਾਜ ਤੁਹਾਡੇ ਸਿੱਖ ਬੜੀ ਭਾਵਨਾ ਨਾਲ ਲੰਗਰ ਤਿਆਰ ਕਰਦੇ, ਤੁਹਾਡੇ ਜਥੇਦਾਰ ਬੜੇ ਚੰਗੇ, ਜਿਹੜੇ ਲੰਗਰ ਦੇ ਉੱਪਰ ਪੂਰਾ ਪੂਰਾ ਪਹਿਰਾ ਦਿੰਦੇ, ਉਹ ਲੰਗਰ ਤਿਆਰ ਕਰਵਾਉਂਦੇ। ਅਸੀਂ ਬੜਾ ਰੱਜ ਕੇ ਭੋਜਨ ਛਕਦੇ ਹਾਂ, ਬੜਾ ਸਵਾਦ ਬਣਦਾ ਹੈ। ਗੁਰਮੁਖੋ ਸੰਗਤ ਵੀ ਤਾਰੀਫ ਕਰਦੀ ਆ ਕੇ। ਕੰਮ ਕਰਨ ਵਾਲੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਕੰਮ ਕਰਦਾ ਪਿਆ, ਕੰਮ ਕਰਨ ਵਾਲੇ ਦਾ ਕੰਮ ਹੀ ਦੱਸ ਦਿੰਦਾ ਵੀ ਇਹ ਕੁਝ ਕਰਦਾ ਪਿਆ ਹੈ। ਆਪਣੀ ਤਾਰੀਫ ਆਪ ਕੀ ਕਰ ਲੈਣੀ ਹੈ, ਉਹਦਾ ਕੰਮ ਦੱਸਦਾ ਵੀ ਇਹ ਕਿੰਨਾ ਕੁ ਮਿਹਨਤ ਕਰਦਾ ਹੈ। ਸੰਗਤਾਂ ਦੱਸਦੀਆਂ ਮਹਾਰਾਜ ਤੁਹਾਡੇ ਜਥੇਦਾਰ ਬੜੇ ਮਿਹਨਤੀ ਨੇ, ਪ੍ਰਸ਼ਾਦਾ ਭੋਜਨ ਬੜਾ ਸਵਾਦ ਬਣਾਉਂਦੇ, ਵਰਤਾਉਂਦੇ। ਇਹ ਮਹਾਰਾਜ ਦੇ ਕੋਲ ਬਚਨ ਆਉਂਦੇ ਹਨ। ਕਲਗੀਧਰ ਕਹਿ ਕਰੈ ਸੁਆਛੇ। ਤੇ ਕਲਗੀਧਰ ਪਾਤਸ਼ਾਹ ਜਦੋਂ ਸੁਣਦੇ ਨਾ, ਮਹਾਰਾਜ ਕਹਿਣ ਲੱਗੇ ਸ਼ਾਬਾਸ਼ ਭਾਈ, ਚੰਗੀ ਗੱਲ ਹੈ, ਵਧੀਆ ਲੰਗਰ ਬਣਦਾ। ਪਰ ਗੁਰਮੁਖੋ ਮਹਾਰਾਜ ਪਰਖ ਵੀ ਤੇ ਕਰਨਗੇ ਨਾ, ਵੀ ਸੰਗਤ ਆ ਕੇ ਕਹਿ ਰਹੀ ਹੈ, ਸਾਡਿਆਂ ਸੇਵਾਦਾਰਾਂ ਦੀ ਤਾਰੀਫ ਹੋ ਰਹੀ ਹੈ, ਮਹਾਰਾਜ ਵੇਖਣਗੇ, ਆਪ ਵੀ ਪਰਖ ਵੀ ਕਰਨਗੇ। ਪਰ ਅੱਜ ਮਹਾਰਾਜ ਨੇ ਸੁਭਾਵਕ ਹੀ ਕਹਿ ਦਿੱਤਾ, ਕਹਿਣ ਲੱਗੇ ਬੜੀ ਚੰਗੀ ਗੱਲ ਹੈ ਭਾਈ, ਚੰਗਾ ਲੰਗਰ ਬਣਦਾ ਹੈ। ਤਾਊ ਆਪ ਦੇਖੈ ਉਰਬੰਛੇ। ਸਤਿਗੁਰੂ ਚਾਹੁੰਦੇ ਨੇ ਵੀ ਅਸੀਂ ਆਪ ਗੇੜਾ ਮਾਰੀਏ, ਕਿਸੇ ਦਿਨ ਆਪ ਜਾ ਕੇ ਛਕੀਏ ਪ੍ਰਸ਼ਾਦਾ, ਪਤਾ ਲੱਗੇ ਵੀ ਵਾਕਿਆ ਹੀ ਸਹੀ ਬਣਦਾ, ਵਾਕਿਆ ਹੀ ਸਵਾਦਲਾ ਬਣਦਾ, ਵਾਕਿਆ ਹੀ ਸੰਗਤਾਂ ਨੂੰ ਪੂਰਾ ਮਿਲਦਾ ਪਿਆ, ਕੋਈ ਭੁੱਖਾ ਤੇ ਨਹੀਂ। ਸਤਿਗੁਰੂ ਆਪ ਵੇਖਣਾ ਚਾਹੁੰਦੇ, ਨਿਗਾਹ ਮਾਰਨੀ ਚਾਹੁੰਦੇ ਲੰਗਰ ਵਿੱਚ ਜਾ ਕੇ। ਇਹ ਮਹਾਰਾਜ ਦਾ ਵਿਚਾਰ ਹੈ। ਬੀਤ ਗਏ ਕੇ ਤਕ ਦਿਨ ਪਾਛੇ। ਸਤਿਗੁਰੂ ਚੁੱਪ ਕਰ ਗਏ। ਜੇ ਹੁਣੇ ਲੰਗਰਾਂ ਦੀ ਪਰਖ ਕਰਾਂਗੇ, ਇਹਨਾਂ ਨੂੰ ਪਤਾ ਲੱਗ ਜਾਣਾ ਵੀ ਮਹਾਰਾਜ ਆਏ। ਇਹ ਸਾਡਾ ਆਉਣਾ ਸੁਣ ਕੇ ਸਗੋਂ ਜ਼ਿਆਦਾ ਵਧੀਆ ਲੰਗਰ ਬਣਾਉਣਗੇ, ਜ਼ਿਆਦਾ ਸਵਾਦ ਵਾਲਾ ਬਣਾਉਣਗੇ, ਜਾਂ ਬਹੁਤਾ ਵਿਖਾਵਾ ਕਰਨਗੇ ਸਾਡੇ ਸਾਹਮਣੇ। ਇਸ ਕਰਕੇ ਮਹਾਰਾਜ ਚੁੱਪ ਕਰ ਗਏ। ਕੁਝ ਕੁ ਦਿਨ ਵੀ ਵੇਖੀਏ, ਇਹਨਾਂ ਨੂੰ ਚੇਤਾ ਭੁੱਲ ਜਾਵੇ। ਜਦੋਂ ਇਹਨਾਂ ਨੂੰ ਚੇਤਾ ਭੁੱਲ ਜਾਵੇਗਾ 15-20 ਦਿਨਾਂ ਬਾਅਦ ਫਿਰ ਅਸੀਂ ਜਾ ਕੇ ਨਿਗਾਹ ਮਾਰਾਂਗੇ। ਕੋਈ ਦਿਨ ਮਹਾਰਾਜ ਹੋਰ ਕੰਮਾਂ ਵਿੱਚ ਸਤਿਗੁਰਾਂ ਨੇ ਧਿਆਨ ਕਰ ਲਿਆ, ਲੰਗਰ ਦੀ ਗੱਲ ਹੁਣ ਚੱਲੀ ਨਹੀਂ ਹੈ। ਜਦੋਂ ਵੇਖਿਆ ਵੀ 15-20 ਦਿਨ ਲੰਘ ਗਏ ਨੇ, ਹੁਣ ਇਹਨਾਂ ਨੂੰ ਚੇਤਾ ਭੁੱਲ ਗਿਆ ਹੋਵੇਗਾ। ਕਹਿਣ ਲੱਗੇ ਫਿਰ ਉਸ ਵੇਲੇ ਮਹਾਰਾਜ ਜੀ ਅਪਰ ਬੇਸ ਨਿਜ ਤਨ ਮੈਂ ਕਾਛੇ। ਸਤਿਗੁਰਾਂ ਨੇ ਅੱਜ ਲੰਗਰ ਵਿੱਚ ਗੇੜਾ ਮਾਰਨਾ, ਪਰ ਅੱਜ ਲੰਗਰ ਵਿੱਚ ਗੇੜਾ ਮਾਰਨ ਵਾਸਤੇ ਗੁਰੂ ਗੋਬਿੰਦ ਸਿੰਘ ਬਣ ਕੇ ਨਹੀਂ ਜਾਣਾ ਹੈ। ਫਿਰ ਤੇ ਪਤਾ ਲੱਗ ਜਾਏਗਾ ਨਾ ਵੀ ਮਹਾਰਾਜ ਆ ਗਿਆ।
ਸਤਿਗੁਰਾਂ ਨੇ ਸਾਦੇ ਜਿਹੇ ਬਸਤਰ ਮੰਗਾਏ। ਸੇਵਾਦਾਰ ਜਿਹੜਾ ਖਾਸ ਕੋਲ ਰਹਿਣ ਵਾਲਾ ਨਾ, ਕਹਿਣ ਲੱਗੇ ਭਾਈ ਸਾਦੇ ਜਿਹੇ ਬਸਤਰ ਲੈ ਕੇ ਆਓ। ਸਾਦਾ ਜਿਹਾ ਮਹਾਰਾਜ ਨੇ ਬਾਣਾ ਪਾ ਲਿਆ, ਸਾਦੀ ਜੀ ਦਸਤਾਰ ਬੰਨ੍ਹ ਲਈ, ਜਿਵੇਂ ਕੋਈ ਰਾਹਗੀਰ ਆਇਆ ਹੋਵੇ, ਰਸਤੇ ਤੋਂ ਸਫ਼ਰ ਕਰਕੇ ਆਇਆ ਹੋਵੇ। ਸਾਦੇ ਜਿਹਾ ਬਸਤਰ ਪਾ ਕੇ ਇੱਕ ਨਿੱਕੀ ਜੀ ਦਸਤਾਰ ਸਿਰ ਤੇ ਬੰਨ੍ਹ ਕੇ ਢਿੱਲੀ ਜੀ, ਅਤੇ ਆਪਣੇ ਮੂੰਹ ਦੇ ਉੱਪਰ ਥੋੜਾ ਕੱਪੜਾ ਵਾਲਿਆ। ਮਹਾਰਾਜ ਨੇ ਪਛਾਣ ਨਾ ਸਕੇ ਕੋਈ, ਆਪਣਾ ਰੂਪ ਬਦਲ ਲਿਆ, ਭੇਸ ਬਦਲ ਲਿਆ। ਇੱਕ ਆਮ ਸਿੱਖ ਵਰਗੇ ਜਾਂ ਇੱਕ ਮੁਸਾਫਰ ਵਰਗੇ ਮਹਾਰਾਜ ਬਣ ਗਏ ਕਿ ਜਿਨ੍ਹਾਂ ਦੀ ਤਾਰੀਫ ਹੁੰਦੀ ਹੈ। ਲੰਗਰ ਤੇ ਵੇਖੀਏ ਵੀ ਕਿੱਦਾਂ ਦਾ ਬਣਦਾ, ਸਾਡੀ ਸੰਗਤ ਕਿਵੇਂ ਦਾ ਲੰਗਰ ਇਹ ਦਿੰਦੇ ਨੇ, ਕਿਵੇਂ ਦੀ ਸੰਗਤ ਲੰਗਰ ਛਕਦੀ ਹੈ। ਮਹਾਰਾਜ ਜੀ ਪਰਖ ਕਰਨ ਵਾਸਤੇ ਆਪਣਾ ਲਿਬਾਸ ਹੀ ਬਦਲ ਲਿਆ। ਆਮ ਸਿੱਖ ਦੇ ਵਾਂਗ, ਕਿਸੇ ਮੁਸਾਫਰ ਦੇ ਵਾਂਗ ਮਹਾਰਾਜ ਜੀ ਇਸ ਤਰ੍ਹਾਂ ਦੇ ਵਸਤਰ ਅੱਜ ਤਨ ਤੇ ਪਾਏ ਹਨ, ਜਿਸ ਤੇ ਜਾਣ ਸਕੈ ਨਾ ਕੋਈ। ਮਹਾਰਾਜ ਨੇ ਗੁਰਮੁਖੋ ਸਰੀਰ ਦਾ ਲਿਬਾਸ ਇਹੋ ਜਿਹਾ ਬਣਾ ਲਿਆ ਵੀ ਕੋਲ ਖਲੋਤਾ ਵੀ ਬੰਦਾ ਪਛਾਣ ਨਾ ਸਕੇ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਆ ਗਏ। ਕੱਪੜੇ ਸਾਦੇ ਪਾ ਲਏ, ਮੂੰਹ ਢੱਕ ਲਿਆ ਕੱਪੜੇ ਦੇ ਨਾਲ, ਜਿਸ ਕਰਕੇ ਪਛਾਣੇ ਕੋਈ ਨਾ ਵੀ ਮਹਾਰਾਜ ਆਪ ਆਏ ਨੇ। ਇਸ ਤਰ੍ਹਾਂ ਦਾ ਸਰੂਪ ਬਣਾਇਆ ਹੈ। ਇਸ ਪ੍ਰਕਾਰ ਕੇ ਸ਼੍ਰੀ ਪ੍ਰਭ ਹੋਏ। ਸਤਿਗੁਰੂ ਪਾਤਸ਼ਾਹ ਜੀ ਬੜੇ ਸਾਦੇ ਵਸਤਰ ਪਾ ਕੇ ਆਮ ਇਨਸਾਨ ਦੇ ਵਾਂਗ, ਕਿਸੇ ਮੁਸਾਫਰ ਦੇ ਵਾਂਗ, ਬੜਾ ਥੱਕਿਆ ਟੁੱਟਿਆ ਜਿਹਾ ਸਰੀਰ ਲੈ ਕੇ, ਕੱਪੜੇ ਵੀ ਥੋੜੇ ਜਿਹੇ ਹਿਸਾਬ ਦੇ ਪਾ ਲਏ ਵੀ ਜਿਵੇਂ ਸਫ਼ਰ ਚੋਂ ਆਏ ਹੋਣ, ਔਰ ਇਸ ਤਰ੍ਹਾਂ ਦੀ ਦਸਤਾਰ ਬੰਨ੍ਹ ਕੇ ਮਹਾਰਾਜ ਉਸ ਵੇਲੇ ਲੰਗਰ ਵੇਖਣ ਵਾਸਤੇ, ਪਰਖ ਕਰਨ ਵਾਸਤੇ ਚੱਲਣ ਲੱਗੇ ਹਨ। ਸਿੱਖਿਆਨ ਕੇ ਡੇਰੇ ਜਬ ਗਏ। ਤੇ ਸਤਿਗੁਰੂ ਪਾਤਸ਼ਾਹ ਇੱਕ ਪਾਸਿਓਂ ਹੀ ਸ਼ੁਰੂ ਹੋ ਗਏ। ਸਾਰੇ ਜਥੇਦਾਰ ਤਾਰੀਫ ਕਰਦੇ, ਮੇਰਾ ਲੰਗਰ ਬੜਾ ਵਧੀਆ, ਮੇਰਾ ਲੰਗਰ ਬੜਾ ਵਧੀਆ। ਪਰ ਪਤਾ ਤੇ ਅੱਜ ਲੱਗੇਗਾ ਨਾ ਵੀ ਲੰਗਰ ਵਧੀਆ ਕਿਹਦਾ। ਸਤਿਗੁਰੂ ਇੱਕ ਪਾਸਿਓਂ ਹੀ ਚੱਲ ਪਏ। ਸਾਰਿਆਂ ਤੋਂ ਪਹਿਲਾਂ ਇੱਕ ਸਾਈਡ ਤੋਂ ਮਹਾਰਾਜ ਚੱਲੇ, ਜਿਹੜਾ ਪਹਿਲਾ ਲੰਗਰ ਅੱਗੇ ਆਇਆ ਨਾ, ਮਹਾਰਾਜ ਉੱਥੇ ਪਹੁੰਚੇ ਹਨ। ਦਿਓ ਆਹਾਰ ਮੂੰਹ ਕੋ ਸ਼ੁੱਧ ਭਏ। ਸਤਿਗੁਰਾਂ ਨੇ ਮੂੰਹ ਤੇ ਗੁਰਮੁਖੋ ਕੱਪੜਾ ਬੱਧਾ ਹੋਇਆ, ਜਾ ਕੇ ਲੰਗਰ ਦਾ ਦਰਵਾਜ਼ਾ ਖੜਕਾਇਆ। ਲੰਗਰ ਦੇ ਪ੍ਰਬੰਧਕ ਜਾਨ ਬਣਾਉਣ ਵਾਲੇ ਜਾ ਕੇ ਆਵਾਜ਼ ਦਿੱਤੀ, ਕਹਿਣ ਲੱਗੇ ਭਾਈ ਸਾਨੂੰ ਭੁੱਖ ਲੱਗੀ ਹੈ, ਕੋਈ ਹੈ ਲੰਗਰ ਵਿੱਚ ਤੇ ਲਿਆਓ ਪ੍ਰਸ਼ਾਦਾ ਪਾਣੀ ਛਕੀਏ। ਇੱਕ ਆਮ ਬੰਦੇ ਦੇ ਵਾਂਗ, ਮੁਸਾਫਰ ਦੇ ਵਾਂਗ ਡਰਦਿਆਂ ਜਿਹਾ ਮਹਾਰਾਜ ਨੇ ਆਵਾਜ਼ ਦਿੱਤੀ, ਪਤਾ ਨਾ ਲੱਗੇ ਕਿਸੇ। ਕਹਿਣ ਲੱਗੇ ਭਾਈ ਭੁੱਖ ਲੱਗੀ ਹੈ, ਕੋਈ ਹੈ ਲੰਗਰ ਦੇ ਵਿੱਚ ਭੋਜਨ ਪ੍ਰਸ਼ਾਦਾ ਤੇ ਲਿਆਓ, ਅਸੀਂ ਛਕਣਾ ਕਰੀਏ। ਕਿਤਕ ਕਾਲ ਮਹਿ ਹੋਵਹਿ ਤਿਆਰ। ਤੇ ਅੱਗੋਂ ਕੋਈ ਆਵਾਜ਼ ਨਹੀਂ ਆਈ ਹੈ। ਸੋ ਉਸ ਵੇਲੇ ਇੱਕ ਨੇ ਆਖਿਆ, ਕਹਿਣ ਲੱਗਾ ਵੀ ਨਹੀਂ ਭਾਈ ਅਜੇ ਲੰਗਰ ਕੋਈ ਨਹੀਂ ਤਿਆਰ ਹੈਗਾ। ਪੁੱਛਿਆ ਵੀ ਕਿਉਂ? ਕਹਿਣ ਲੱਗੇ ਅਜੇ ਤੇ ਬਣਦਾ ਪਿਆ, ਟਾਈਮ ਲੱਗੇਗਾ। ਜੇ ਤੇ ਇੰਨਾ ਸਮਾਂ ਕੱਢ ਸਕਦਾ ਤੇ ਬੈਠ ਜਾ, ਨਹੀਂ ਕੱਢ ਸਕਦਾ ਤੇ ਉਹ ਰਾਹ ਜਾਂਦਾ ਉਧਰ ਨੂੰ ਅੱਗੇ ਚਲੇ ਜਾ। ਅਜੇ ਲੰਗਰ ਤੇਰੇ ਵਾਸਤੇ ਕੋਈ ਹੈ ਹੀ ਨਹੀਂ ਹੈ, ਤਿਆਰ ਹੋਵੇਗਾ, ਸਮਾਂ ਲੱਗੇਗਾ, ਅਜੇ ਨਹੀਂ ਮਿਲ ਸਕਦਾ ਹੈ। ਬੈਠੋ ਬਨ ਹੈ ਲਿਓ ਆਹਾਰ। ਤੇ ਤੂੰ ਬੈਠ ਜਾ, ਕੋਈ 2-3 ਘੰਟੇ ਉਡੀਕ ਕਰਨੀ ਪਵੇਗੀ, 2-3 ਘੰਟਿਆਂ ਨੂੰ ਲੰਗਰ ਬਣ ਜਾਏਗਾ। ਹੁਣ ਗੁਰਮੁਖੋ ਕੋਈ ਮੁਸਾਫਰ ਆਇਆ ਹੋਵੇ ਰਸਤੇ ਤੇ ਚੱਲ ਕੇ ਤੇ ਭੁੱਖ ਲੱਗੀ ਹੋਵੇ ਤੇ ਫਿਰ 2-3 ਘੰਟੇ ਰੁਕਣਾ ਬੜਾ ਔਖਾ ਹੈ, ਫਿਰ ਤੇ 5 ਮਿੰਟ ਕੱਢਣੇ ਬੜੇ ਔਖੇ ਨੇ। ਪਰ ਉਹ ਬਣਾਉਣ ਵਾਲਾ ਕਹਿੰਦਾ ਵੀ 2-3 ਘੰਟੇ ਲੱਗਣਗੇ, ਬੈਠ ਜਾ ਲੰਗਰ ਦੀ ਕਿਸੇ ਗੁੱਠ ਵਿੱਚ ਤੇ ਇੱਥੇ ਰੱਬ ਰੱਬ ਕਰ, ਜਦੋਂ ਬਣੇਗਾ ਅਸੀਂ ਵੀ ਖਾਵਾਂਗੇ, ਤੈਨੂੰ ਵੀ ਖਿਲਾ ਦਿਆਂਗੇ। ਇਸ ਤਰ੍ਹਾਂ ਉਸਨੇ ਜਵਾਬ ਦਿੱਤਾ ਹੈ। ਅਪਰ ਸਿੱਖ ਕੇ ਪਹੁੰਚੇ ਜਾਏ। ਤੇ ਸਤਿਗੁਰੂ ਉੱਠ ਪਏ, ਉਹਨੂੰ ਨਹੀਂ ਦੱਸਿਆ ਵੀ ਭਾਈ ਅਸੀਂ ਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ, ਅਸੀਂ ਖੁਦ ਹੀ ਆਏ ਆ। ਕਹਿਣ ਲੱਗੇ ਚਲੋ ਭਾਈ ਅਗਲੇ ਲੰਗਰ ਜਾ ਕੇ ਪਤਾ ਕਰਦੇ ਆ। ਮਹਾਰਾਜ ਦੂਜੇ ਲੰਗਰ ਵਿੱਚ ਪਹੁੰਚ ਗਏ, ਉੱਥੇ ਵੀ ਜਾ ਕੇ ਆਵਾਜ਼ ਦਿੱਤੀ। ਕਹਿਣ ਲੱਗੇ ਭੁੱਖ ਲੱਗੀ ਹੈ ਭਾਈ, ਕੋਈ ਹੈ ਪ੍ਰਸ਼ਾਦਾ ਪਾਣੀ ਲੰਗਰ ਤਿਆਰ ਤੇ ਸਾਨੂੰ ਛਕਾਓ। ਜਾ ਕੇ ਦੂਜੇ ਲੰਗਰ ਵਿੱਚ ਆਵਾਜ਼ ਦਿੰਦੇ ਹਨ। ਜਾਣਿਓ ਆਪਣੀ ਸ਼ੁਦਾ ਜਨਾਏ। ਤੇ ਉਸ ਵੇਲੇ ਆਪਣੀ ਭੁੱਖ ਜਨਾਈ ਹੈ ਵੀ ਸਾਨੂੰ ਬਹੁਤ ਡਾਢੀ ਭੁੱਖ ਲੱਗੀ ਹੈ, ਸਫ਼ਰ ਤੋਂ ਚੱਲ ਕੇ ਆਏ ਆ, ਲੰਗਰ ਜ਼ਰੂਰ ਛਕਣਾ ਹੈ। ਕੋਈ ਰੁੱਖਾ ਮਿੱਸਾ ਭਾਈ ਹੈ ਸਵੇਰ ਸ਼ਾਮ ਦਾ ਤੇ ਲਿਆਓ ਅਸੀਂ ਖਾ ਲਈਏ। ਉੱਥੇ ਜਾ ਕੇ ਵੀ ਆਵਾਜ਼ ਦਿੱਤੀ ਹੈ। ਬੋਲਿਓ ਸੂਪ ਹੋਣ ਕੀ ਦੇਰ। ਤੇ ਜਿਹੜਾ ਰਸੋਈਆ ਸੀ ਨਾ ਬਣਾਉਣ ਵਾਲਾ, ਉਹ ਬੜੇ ਗੁੱਸੇ ਵਿੱਚ ਪਹਿਲਾਂ ਹੀ ਉਹ ਦਾਲ ਦੇ ਵਿੱਚ ਫੇਰ ਕੇ ਪਲਟਾ, ਉਹਨੂੰ ਗੁੱਸਾ ਚੜਿਆ ਹੋਇਆ ਗਰਮੀ ਦੇ ਵਿੱਚ। ਜਦੋਂ ਲੰਗਰ ਮੰਗਿਆ ਤੇ ਉਹ ਉੱਡ ਕੇ ਪੈ ਗਿਆ। ਕਹਿਣ ਲੱਗਾ ਤੂੰ ਵਿਹਲਾ ਕਿਹੜੇ ਪਾਸੋਂ ਆ ਗਿਆ ਲੰਗਰ ਛਕਣ, ਅਜੇ ਲੰਗਰ ਦਾ ਕੋਈ ਟਾਈਮ ਨਹੀਂ ਹੈ, ਅਜੇ ਬਣੇਗਾ, ਜਦੋਂ ਬਣੇਗਾ ਉਦੋਂ ਆਵਾਜ਼ ਦੇਵਾਂਗੇ, ਜਾ ਚਲੇ ਜਾ ਇੱਥੋਂ ਬਾਹਰ, ਅਜੇ ਕੋਈ ਨਹੀਂ ਮਿਲਣਾ ਹੈ। ਉਹ ਬਣਾਉਣ ਵਾਲਾ ਦੂਜਾ ਬੜੇ ਰੁੱਖੇ ਜਿਹੇ ਸੁਭਾਅ ਦੇ ਨਾਲ, ਗੁੱਸੇ ਦੇ ਨਾਲ ਉਹਨੇ ਜਵਾਬ ਦਿੱਤਾ ਵੀ ਲੰਗਰ ਕੋਈ ਨਹੀਂ ਛਕਣ ਵਾਸਤੇ।
ਗੁਰੂ ਗੋਬਿੰਦ ਸਿੰਘ ਮਹਾਰਾਜ ਲਿਬਾਸ ਬਦਲਿਆ ਤੇ ਸੁਣਦੇ ਪਏ ਬਚਨ, ਤੇ ਨਾਲੇ ਉਹ ਗੱਲ ਯਾਦ ਕਰਦੇ ਵੀ ਥੋੜੇ ਦਿਨ ਪਹਿਲਾਂ ਇਹ ਕਹਿ ਰਹੇ ਸਨ ਵੀ ਸਾਡੇ ਲੰਗਰ ਬੜੇ ਵਧੀਆ ਤਿਆਰ ਹੁੰਦੇ, ਕਈ ਤਰ੍ਹਾਂ ਦੇ ਪਕਵਾਨ ਬਣਦੇ, ਸਾਡੇ ਲੰਗਰਾਂ ਵਿੱਚੋਂ ਸੰਗਤਾਂ ਛਕਦੀਆਂ ਹੀ ਬੜਾ ਕੁਝ ਆ ਕੇ, ਪਰ ਅੱਜ ਅਸੀਂ ਆਏ ਹਾਂ ਤੇ ਲੰਗਰ ਕਿਸੇ ਦਾ ਵੀ ਤਿਆਰ ਨਹੀਂ ਹੈ। ਇਸ ਤਰ੍ਹਾਂ ਰਸੋਈਏ ਨੇ ਅੱਗੋਂ ਜਵਾਬ ਦਿੱਤਾ ਹੈ, ਭੋਜਨ ਲਿਓ ਆਨ ਕਰ ਫੇਰ। ਅਤੇ ਉਸਨੇ ਆਖਿਆ ਵੀ ਜਾ, ਚਲੇ ਜਾ, ਹੁਣ ਲੰਗਰ ਨਹੀਂ ਤੈਨੂੰ ਮਿਲਣਾ, ਨਾ ਲੰਗਰ ਮਿਲ ਸਕਦਾ ਹੈ। ਫਿਰ ਦੁਬਾਰਾ ਆ ਕੇ ਜਦੋਂ ਲੰਗਰ ਤਿਆਰ ਹੋਵੇਗਾ ਨਾ, ਫਿਰ ਆ ਕੇ ਤੂੰ ਲੰਗਰ ਛਕੀ, ਉਦੋਂ ਆਵਾਜ਼ ਦਿੱਤੀ ਜਾਏਗੀ, ਫਿਰ ਲੰਗਰ ਤੈਨੂੰ ਪ੍ਰਾਪਤ ਹੋਣਾ ਹੈ। ਇਸ ਤਰ੍ਹਾਂ ਕਹਿਣ ਲੱਗੇ ਵੀ ਦੂਜੇ ਵੀ ਲਾਂਗਰੀ ਨੇ ਐਸਾ ਬਚਨ ਕੀਤਾ ਹੈ। ਇਸ ਤੇ ਸੁਣ ਤੀਸਰ ਕੋ ਗਏ। ਸਤਿਗੁਰੂ ਪਾਤਸ਼ਾਹ ਜੀ 2 ਲੰਗਰਾਂ ਤੋਂ ਖਾਲੀ ਹੋ ਗਏ, ਹੁਣ ਤੀਜੇ ਲੰਗਰ ਵਿੱਚ ਪਹੁੰਚ ਗਏ। ਮਸ਼ਹੂਰੀ ਕਰਨੀ ਤੇ ਗੁਰਮੁਖੋ ਬੜੀ ਸੌਖੀ ਹੈ। ਮੈਂ ਲੰਗਰ ਵਿੱਚ ਇਹ ਬਣਾਉਂਦਾ, ਮੇਰੇ ਲੰਗਰ ਵਿੱਚ ਇਹ ਵਰਤਦਾ, ਗੱਲਾਂ ਕਰਨੀਆਂ ਸੌਖੀਆਂ, ਪਰ ਬਣਾ ਕੇ ਵਰਤਾ ਕੇ ਖਵਾਉਣਾ ਬੜਾ ਔਖਾ। ਸਤਿਗੁਰੂ 2 ਲੰਗਰਾਂ ਦੀ ਪਰਖ ਕਰਕੇ ਹੁਣ ਤੀਜੇ ਲੰਗਰ ਵਿੱਚ ਪਹੁੰਚ ਗਏ। ਜਦੋਂ ਤੀਸਰੇ ਲੰਗਰ ਵਿੱਚ ਗਏ ਹਨ, ਦਿਓ ਆਹਾਰ ਕੋ ਜਾਚਤ ਭਏ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਮੰਗਿਆ, ਕਹਿਣ ਲੱਗੇ ਭਾਈ ਕੋਈ ਹੈ ਲੰਗਰ ਪ੍ਰਸ਼ਾਦਾ, ਤੇ ਸਾਨੂੰ ਕੋਈ ਪ੍ਰਸ਼ਾਦਾ ਹੀ ਦਿਓ, ਸਾਨੂੰ ਭੁੱਖ ਲੱਗੀ ਹੋਈ ਹੈ, ਅਸੀਂ ਪ੍ਰਸ਼ਾਦਾ ਛਕਣਾ ਹੈ। ਤੀਸਰੇ ਲੰਗਰ ਤੇ ਜਾ ਕੇ ਜਦੋਂ ਮਹਾਰਾਜ ਨੇ ਆਵਾਜ਼ ਦਿੱਤੀ ਹੈ, ਸੋ ਕਹਿ ਪੜਿਓ ਰਹਿਓ ਆਨੰਦ। ਤੇ ਉਹ ਜਿਹੜਾ ਲਾਂਗਰੀ ਸੀ ਨਾ, ਕਹਿਣ ਲੱਗਾ ਵੀ ਬਾਹਰ ਹੋ ਜਾ ਲੰਗਰ ਤੋਂ, ਅਜੇ ਮੈਂ ਆਨੰਦ ਸਾਹਿਬ ਦਾ ਪਾਠ ਕਰਨਾ, ਮੈਂ ਆਨੰਦ ਸਾਹਿਬ ਦਾ ਪਾਠ ਕਰਾਂਗਾ, ਫਿਰ ਮੈਂ ਅਰਦਾਸ ਕਰਾਂਗਾ, ਉਸ ਤੋਂ ਮਗਰੋਂ ਫਿਰ ਲੰਗਰ ਚੱਲਣਾ ਹੈ, ਅਜੇ ਤੇਰੇ ਵਾਸਤੇ ਲੰਗਰ ਕੋਈ ਨਹੀਂ। ਤੁਸੀਂ ਵਿਹਲੇ ਲੋਕ ਉੱਠ ਕੇ ਆ ਜਾਂਦੇ, ਸਾਨੂੰ ਬੜੇ ਕੰਮ ਨੇ, ਇਹ ਮੈਂ ਪੂਰੀ ਆਪਣੀ ਮਰਿਆਦਾ ਪਹਿਲਾਂ ਕਰਾਂਗਾ, ਫਿਰ ਲੰਗਰ ਤੈਨੂੰ ਮਿਲੇਗਾ, ਅਜੇ ਆਨੰਦ ਸਾਹਿਬ ਦਾ ਪਾਠ ਕਰਨਾ ਰਹਿੰਦਾ। ਤੀਸਰੇ ਲੰਗਰ ਦਾ ਵਿਅਕਤੀ ਜਿਹੜਾ ਬਣਾਉਣ ਵਾਲਾ ਜ਼ਿੰਮੇਵਾਰ, ਉਹਨੇ ਵੀ ਅੱਗੋਂ ਇਹ ਜਵਾਬ ਦਿੱਤਾ ਹੈ, ਲੀਜੈ ਫੇਰ ਠਹਿਰ ਇੱਕ ਬਿੰਦ। ਉਸਨੇ ਆਖਿਆ ਵੀ ਤੈਨੂੰ ਹਾਲੇ ਟਾਈਮ ਲੱਗਣਾ, ਜਿੰਨਾ ਚਿਰ ਮੇਰੀ ਇਹ ਮਰਿਆਦਾ ਪੂਰੀ ਨਹੀਂ ਨਾ ਹੋਵੇਗੀ, ਪਹਿਲਾਂ ਮੈਂ ਕੋਲ ਬੈਠ ਕੇ ਬਾਣੀ ਪੜਾਂਗਾ, ਫਿਰ ਮੈਂ ਅਰਦਾਸ ਕਰਾਂਗਾ, ਫਿਰ ਮੈਂ ਭੋਗ ਲਾਵਾਂਗਾ, ਤੇ ਭੋਗ ਲਾਉਣ ਤੋਂ ਬਾਅਦ ਵਿੱਚ ਪਹਿਲਾਂ ਮੈਂ ਆਪ ਰੱਜ ਕੇ ਖਾਵਾਂਗਾ, ਤੇ ਫਿਰ ਤੇਰੇ ਬਾਰੇ ਸੋਚਾਂਗੇ, ਤੇ ਫਿਰ ਤੂੰ ਵੀ ਆ ਕੇ ਛਕ ਲੈ। ਤੀਸਰੇ ਵਿਅਕਤੀ ਨੇ ਵੀ ਐਸਾ ਜਵਾਬ ਅੱਗੋਂ ਦਿੱਤਾ ਹੈ, ਉਨ ਤਿਸ ਤੇ ਆਗੇ ਚਲ ਖਰੇ। ਤੇ ਸਤਿਗੁਰੂ ਪਾਤਸ਼ਾਹ 3 ਲੰਗਰਾਂ ਵਿੱਚ ਗਏ ਗੁਰਮੁਖੋ, 3 ਹੀ ਲੰਗਰਾਂ ਦੇ ਪ੍ਰਬੰਧਕਾਂ ਨੇ ਭੋਜਨ ਨਹੀਂ ਛਕਾ ਸਕੇ। ਕਿਸੇ ਨੇ ਆਖਿਆ ਬਣਦਾ ਪਿਆ, ਕਿਸੇ ਨੇ ਆਖਿਆ ਬਣ ਚੱਲਿਆ, ਕੋਈ ਆਖਦਾ ਭੋਗ ਨਹੀਂ ਲੱਗਾ। ਤੇ ਸਤਿਗੁਰੂ ਪਾਤਸ਼ਾਹ 3 ਦੀ ਨਾ ਸੁਣ ਕੇ ਫਿਰ ਚੌਥੇ ਲੰਗਰ ਵਿੱਚ ਪਹੁੰਚੇ। ਜਦੋਂ ਮਹਾਰਾਜ ਚੌਥੇ ਲੰਗਰ ਵਿੱਚ ਗਏ ਹਨ, ਇਸੇ ਪ੍ਰਕਾਰ ਜਾਚ ਬੋ ਕਰੇ। ਗੁਰਮੁਖੋ ਉੱਥੇ ਜਾ ਕੇ ਵੀ ਮਹਾਰਾਜ ਨੇ ਆਖਿਆ ਭਾਈ ਭੁੱਖ ਲੱਗੀ ਹੈ, ਕੋਈ ਹੈ ਪ੍ਰਸ਼ਾਦਾ ਪਾਣੀ ਤੇ ਲਿਆਓ, ਸਾਨੂੰ ਛਕਾ ਦਿਓ, ਅਸੀਂ ਰਾਹ ਤੋਂ ਚੱਲ ਕੇ ਆਏ ਆ, ਸਫ਼ਰ ਕਰਕੇ ਆਏ ਆ, ਥੱਕੇ ਹੋਏ ਆ, ਭੁੱਖ ਵੀ ਲੱਗੀ ਹੋਈ ਹੈ। ਜਦੋਂ ਚੌਥੇ ਲੰਗਰ ਤੋਂ ਜਾ ਕੇ ਮਹਾਰਾਜ ਨੇ ਭੋਜਨ ਮੰਗਿਆ ਹੈ, ਕਹਿਓ ਬੈਠ ਸੰਗਤ ਨਹਿ ਆਈ। ਉਹ ਜਿਹੜਾ ਚੌਥਾ ਸੀ ਨਾ, ਉਹ ਸਾਰਿਆਂ ਦਾ ਗੁਰੂ ਨਿਕਲਿਆ, ਕਹਿਣ ਲੱਗਾ ਤੇਰੇ ਇਕੱਲੇ ਵਾਸਤੇ ਕੋਈ ਟਾਈਮ ਨਹੀਂ ਹੈ, ਪੰਗਤ ਵਿੱਚ ਬੈਠ ਜਾ, ਜਦੋਂ ਸਾਰੀ ਪੰਗਤ ਭਰੇਗੀ ਨਾ, ਸੰਗਤ ਆਵੇਗੀ, ਮੈਂ ਲੰਗਰ ਉਦੋਂ ਸ਼ੁਰੂ ਕਰਾਂਗਾ। ਸਾਰਿਆਂ ਨੂੰ ਇਕੱਠਾ ਵਰਤਾਉਣਾ ਖਵਾਉਣਾ ਸੌਖਾ, ਇਕੱਲੇ ਇਕੱਲੇ ਵਾਸਤੇ ਮੈਂ ਥਾਲੀ ਚੁੱਕ ਕੇ ਤੁਰਿਆ ਫਿਰਾਂ, ਮੈਂ ਕਿਸੇ ਦਾ ਨੌਕਰ ਥੋੜੀ ਲੱਗਾ, ਮੈਂ ਤੇ ਥੱਕ ਜਾਵਾਂਗਾ, ਤੇਰੇ ਇਕੱਲੇ ਵਾਸਤੇ ਨਹੀਂ ਕੋਈ ਗੱਲਬਾਤ ਹੈ। ਪੰਗਤ ਵਿੱਚ ਬੈਠੇਗਾ, ਸਾਰਾ ਲੰਗਰ ਹਾਲ ਭਰੇਗਾ, ਫਿਰ ਮੈਂ ਲੰਗਰ ਸ਼ੁਰੂ ਕਰਾਂਗਾ। ਇਕੱਲੇ ਵਾਸਤੇ ਜੇ ਇਕੱਲੇ ਇਕੱਲੇ ਨੂੰ ਖਵਾਵਾਂਗਾ, ਮੈਂ ਤੇ ਥੱਕ ਜਾਵਾਂਗਾ, ਇਕੱਲੇ ਵਾਸਤੇ ਨਹੀਂ ਇਹ ਲੰਗਰ ਮਿਲੇਗਾ, ਇੰਤਜ਼ਾਰ ਕਰਨਾ ਪੈਣਾ, ਬੈਠ ਕੇ ਸੰਗਤ ਨੂੰ ਉਡੀਕ ਜਦੋਂ ਕੋਈ ਆਵੇਗਾ। ਹੁਣ ਗੁਰਮੁਖੋ ਕੀ ਪਤਾ ਕਦੋਂ ਕੋਈ ਆਵੇ ਤੇ ਕਦੋਂ ਲੰਗਰ ਭਰੇ, ਪੰਗਤਾਂ ਭਰਨ ਤੇ ਕਦੋਂ ਸ਼ੁਰੂ ਹੋਵੇ। ਚੌਥੇ ਵਿਅਕਤੀ ਨੇ ਵੀ ਐਸਾ ਜਵਾਬ ਦਿੱਤਾ, ਭਾਵ ਇਹ ਵੀ ਲੰਗਰ ਉਹਨੇ ਵੀ ਨਹੀਂ ਛਕਾਇਆ, ਉਹਨੇ ਵੀ ਉਡੀਕ ਕਰਨ ਵਾਸਤੇ ਆਖਿਆ, ਮਿਲੈ ਸਕਲ ਪੁਨ ਲੀਜੋ ਖਾਈ। ਤੇ ਜਦੋਂ ਸਾਰਾ ਲੰਗਰ ਹਾਲ ਭਰ ਜਾਵੇਗਾ ਨਾ, ਫਿਰ ਅਸੀਂ ਇੱਥੋਂ ਜਕਾਰਾ ਛੱਡਾਂਗੇ, ਫਿਰ ਬਰਤਨ ਵਰਤਣਗੇ, ਫਿਰ ਲੰਗਰ ਵਰਤੇਗਾ, ਫਿਰ ਤੈਨੂੰ ਛਕਣ ਵਾਸਤੇ ਮਿਲੇਗਾ। ਤੇ ਜਿੰਨਾ ਚਿਰ ਪੰਗਤਾਂ ਭਰ ਨਹੀਂ ਜਾਂਦੀਆਂ, ਸੰਗਤ ਆ ਨਹੀਂ ਜਾਂਦੀ, ਬਰਤਨ ਵਰਤ ਨਹੀਂ ਜਾਂਦੇ, ਉਹਨਾਂ ਚਿਰ ਲੰਗਰ ਕੋਈ ਨਹੀਂ ਸ਼ੁਰੂ ਹੋਣਾ। ਇਸ ਕਰਕੇ ਤੈਨੂੰ ਉਡੀਕਣਾ ਪਵੇਗਾ। ਚੌਥੇ ਲੰਗਰ ਦੇ ਵਿੱਚ ਵੀ ਵਿਅਕਤੀ ਨੇ ਇਹ ਜਵਾਬ ਦਿੱਤਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ। ਫਿਰੇ ਬਹੁਤ ਥਲ ਹਾਥ ਨਾ ਆਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਚੌਥੇ ਤੋਂ ਬਾਅਦ ਵਿੱਚ 5ਵੇਂ ਲੰਗਰ 'ਚ ਗਏ, 5ਵੇਂ ਤੋਂ ਬਾਅਦ ਵਿੱਚ 6ਵੇਂ ਲੰਗਰ ਵਿੱਚ ਗਏ ਤੇ ਕਈ ਲੰਗਰਾਂ ਵਿੱਚ, ਪਰ ਕਈਆਂ ਲੰਗਰਾਂ ਦੇ ਵਿੱਚ ਇੱਕ ਪ੍ਰਸ਼ਾਦਾ ਤੱਕ ਵੀ ਨਹੀਂ ਜੁੜਿਆ। 5-6 ਲੰਗਰਾਂ ਵਿੱਚ ਗਏ, ਇੱਕ ਪ੍ਰਸ਼ਾਦਾ ਕਿਸੇ ਲੰਗਰ ਵਿੱਚੋਂ ਵੀ ਪ੍ਰਾਪਤ ਨਹੀਂ ਕਰ ਪਾਏ, ਕਿਸੇ ਨੇ ਛਕਾਇਆ ਹੀ ਨਹੀਂ। ਕੋਈ ਆਖਦਾ ਬਣਦਾ ਪਿਆ, ਕੋਈ ਆਖਦਾ ਸੰਗਤ ਆਉਂਦੀ ਪਈ, ਕੋਈ ਆਖਦਾ ਭੋਗ ਨਹੀਂ ਲੱਗਾ, ਕੋਈ ਕਿਸ ਤਰ੍ਹਾਂ ਦਾ ਬਚਨ, ਕੋਈ ਕਿਸ ਤਰ੍ਹਾਂ ਦਾ ਬਚਨ। ਗੁਰਮੁਖੋ ਕੋਈ ਵੀ
ਮਹਾਰਾਜ ਨੂੰ ਪ੍ਰਸ਼ਾਦ ਛਕਾ ਨਹੀਂ ਸਕਿਆ ਹੈ। ਬਹੁਤੇ ਥਾਵਾਂ ਤੇ ਚੱਲ ਕੇ ਗਏ ਪਰ ਭੋਜਨ ਕਿਤਿਓਂ ਵੀ ਨਹੀਂ ਮਿਲਿਆ ਹੈ। ਦੌਲਤ ਘਰ ਘਰ ਗੁਰ ਅਕਲਾਇਓ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਹੁਣ ਵੱਖ-ਵੱਖ ਲੰਗਰਾਂ ਵਿੱਚ ਜਾਣਾ, ਪੈਦਲ ਮਹਾਰਾਜ ਤੁਰੇ ਫਿਰਦੇ, ਕਰਦਿਆਂ ਕਰਦਿਆਂ ਮਹਾਰਾਜ ਵੀ ਥੱਕ ਗਿਆ ਤੇ ਗੁੱਸਾ ਵੀ ਆ ਗਿਆ ਵੀ ਕੱਲ ਤੇ ਪਰਸੋਂ ਬੜੀਆਂ ਫੜਾ ਮਾਰਦੇ ਵੱਡੀਆਂ ਵੱਡੀਆਂ, ਮੇਰੇ ਲੰਗਰ ਵਿੱਚ ਮਹਾਰਾਜ ਪਕਵਾਨ ਬੜੇ ਬਣਦੇ, ਮੇਰੇ ਲੰਗਰ ਦਾ ਖਰਚਾ ਹੀ ਬੜਾ ਹੁੰਦਾ। ਲੰਗਰ ਦੇ ਨਾਂ ਦਾ ਖਰਚਾ ਲੈ ਕੇ ਆਪ ਉਹ ਛਕੀ ਛਕਾਈ ਗਏ। ਬਹਾਨਾ ਵੱਡਾ ਵੱਡਾ ਆਪਣੇ ਚੇਲਿਆਂ ਕੋਲੋਂ ਕਹਾ ਛੱਡਣਾ, ਹਾਂ ਹਾਂ ਮਹਾਰਾਜ ਇੱਥੇ ਤੇ ਲੰਗਰ ਬੜੇ ਚੰਗੇ ਬਣਦੇ, ਬਹੁਤੇ ਬਣਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਗਏ ਉਦੋਂ ਤੇ ਕੁਝ ਵੀ ਨਹੀਂ ਮਿਲਿਆ। ਮਹਾਰਾਜ ਚਲਦਿਆਂ ਚਲਦਿਆਂ ਲੰਗਰ ਲੱਭਦਿਆਂ ਲੱਭਦਿਆਂ ਥੱਕ ਗਏ ਹਨ। ਉਪਜੋ ਕ੍ਰੋਧ ਜੋ ਫਿਰੇ ਵਿਸਾਲ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਮਨ ਵਿੱਚ ਗੁੱਸਾ ਵੀ ਆਇਆ। ਮਨ ਤੇ ਕੀਤਾ ਵੀ ਸਾਰਿਆਂ ਨੂੰ ਇੱਥੇ ਬੁਲਾ ਲਈਏ, ਇਹਨਾਂ ਨੂੰ ਚੰਗੀ ਤਰ੍ਹਾਂ ਦਸੀਏ, ਬਣਾ ਕੇ ਸਜ਼ਾ ਦਈਏ। ਪਰ ਹੁਣ ਇਸ ਵੇਲੇ ਭੇਸ ਬਦਲਿਆ ਹੋਇਆ, ਅਜੇ ਹੋਰ ਪਰਖ ਮਹਾਰਾਜ ਨੇ ਕਰਨੀ ਹੈ। ਬੜਾ ਵੀਰ ਰਸ ਆਇਆ ਉਹਨਾਂ ਦੀ ਕਰਤੂਤ ਵੇਖ ਕੇ। ਤੇ ਪਾਤਸ਼ਾਹ ਜੀ ਫਿਰ ਉਸ ਵੇਲੇ ਚੱਲ ਆਏ ਪੁਨ ਜਹ ਨੰਦ ਲਾਲ। ਤੇ ਗੁਰਮੁਖੋ ਚਲਦਿਆਂ ਚਲਦਿਆਂ ਉੱਥੇ ਪਹੁੰਚੇ ਜਿੱਥੇ ਭਾਈ ਨੰਦ ਲਾਲ ਜੀ ਦਾ ਲੰਗਰ ਹੈ। ਹੋਰ ਵੀ ਲੰਗਰ ਕਈ ਚੱਲਦੇ ਪਏ, ਉਹਨਾਂ ਕਈਆਂ ਲੰਗਰਾਂ ਵਿੱਚ ਇੱਕ ਭਾਈ ਨੰਦ ਲਾਲ ਦਾ ਵੀ ਲੰਗਰ ਹੈ। ਮਹਾਰਾਜ ਚਲਦਿਆਂ ਉੱਥੇ ਪਹੁੰਚ ਗਏ। ਸੋਚਿਆ ਚਲੋ ਇਹਦੀ ਪਰਖ ਵੀ ਕਰ ਲਈਏ। ਗੱਲਾਂ ਬਾਤਾਂ ਤੇ ਇਹਨੇ ਵੀ ਬੜੀਆਂ ਵੱਡੀਆਂ ਕੀਤੀਆਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੁਸੀਂ ਪਰਮੇਸ਼ਰ ਹੋ। ਇਹਨੇ ਬਚਨ ਦੇ ਸਾਡੇ ਨਾਲ ਬੜੇ ਵੱਡੇ ਕੀਤੇ, ਪਰ ਵੇਖੀਏ ਤੇ ਸਹੀ ਵੀ ਇਹ ਸਾਨੂੰ ਸਾਰਿਆਂ ਵਿੱਚ ਜਾਣਦਾ ਵੀ ਹੈ ਕਿ ਨਹੀਂ। ਚੱਲ ਕੇ ਮਹਾਰਾਜ ਨੰਦ ਲਾਲ ਦੇ ਲੰਗਰ ਵਿੱਚ ਪਹੁੰਚੇ ਹਨ। ਸਿੱਖ ਸਰੂਪ ਦੇਖ ਕਰ ਭਾਈ। ਉਸ ਵੇਲੇ ਸਤਿਗੁਰਾਂ ਨੇ ਲੰਗਰ ਦੇ ਦਰਵਾਜ਼ੇ ਤੇ ਜਾ ਕੇ ਅਜੇ ਮੰਗਿਆ ਨਹੀਂ ਕੁਝ ਵੀ, ਨਾ ਪ੍ਰਸ਼ਾਦੇ ਦੀ ਆਵਾਜ਼ ਦਿੱਤੀ ਹੈ। ਭਾਈ ਨੰਦ ਲਾਲ ਜੀ ਸਾਹਮਣੇ ਬੈਠੇ ਹੋਏ। ਜਦੋਂ ਦਰਵਾਜ਼ੇ ਤੇ ਨਿਗਾਹ ਗਈ ਤੇ ਮਨ ਵਿੱਚ ਸੋਚਿਆ ਕਿ ਕੋਈ ਮਹਾਰਾਜ ਦਾ ਸਿੱਖ ਆ ਗਿਆ। ਇਹ ਨਹੀਂ ਪਤਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੀ ਆ ਗਏ ਨੇ। ਮਨ ਵਿੱਚ ਇਹ ਜਾਣਿਆ ਵੀ ਇਹ ਮਹਾਰਾਜ ਦਾ ਕੋਈ ਸਿੱਖ ਹੈ। ਤੇ ਮਹਾਰਾਜ ਜੀ ਨੂੰ ਮਹਾਰਾਜ ਦਾ ਸਿੱਖ ਜਾਣ ਕੇ ਨਿਕਟ ਹੋਏ ਕਰ ਗਰੀਬ ਨਿਭਾਈ। ਭਾਈ ਨੰਦ ਲਾਲ ਜੀ ਬੜੀ ਛੇਤੀ ਕਾਲੀ ਪੈਰਾਂ ਦੇ ਨਾਲ ਦਰਵਾਜ਼ੇ ਤੇ ਪਹੁੰਚ ਗਏ। ਦੋਵੇਂ ਹੱਥ ਜੋੜ ਕੇ ਆਪਣਾ ਸਿਰ ਝੁਕਾ ਕੇ ਪਹਿਲਾਂ ਨਮਸਕਾਰ ਕੀਤੀ ਹੈ। ਆਖਿਆ ਤੂੰ ਮੇਰੇ ਗੁਰੂ ਦਾ ਸਿੱਖ ਹੈ, ਬੜੇ ਵੱਡੇ ਭਾਗ ਨੇ ਤੂੰ ਸਾਡੇ ਲੰਗਰ ਵਿੱਚ ਆ ਕੇ ਆਪਣੇ ਕਦਮ ਪਾਏ ਨੇ। ਬੜੇ ਮਿੱਠੇ ਤੇ ਪਿਆਰੇ ਬਚਨ ਆਖੇ, ਹੱਥ ਜੋੜੇ ਨਾਲੇ ਸਿਰ ਝੁਕਾਇਆ। ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾ ਪਾਏ ਜੀਓ। ਬਚਨ ਮਹਾਰਾਜ ਜੀਆਂ ਦਾ ਭਾਈ ਨੰਦ ਲਾਲ ਜੀਆਂ ਨੇ ਨਿਉ ਕੇ ਸਿਰ ਝੁਕਾ ਕੇ ਨਮਸਕਾਰ ਕੀਤੀ ਹੈ। ਬੂਝਿਓ ਕਿਸ ਕਾਰਜ ਕੋ ਆਏ। ਤੇ ਜਦੋਂ ਨਮਸਕਾਰ ਕੀਤੀ ਫਿਰ ਹੱਥ ਜੋੜ ਕੇ ਪੁੱਛਿਆ, ਆਖਿਆ ਗੁਰੂ ਕਿਆ ਸਿੱਖਾ ਕਿਹੜੇ ਕੰਮ ਆਇਆ? ਤੂੰ ਲੰਗਰ ਦੇ ਦਰਵਾਜ਼ੇ ਤੇ ਆ ਕੇ ਖੜਾ, ਕੀ ਕੰਮ ਹੈ? ਬੜੇ ਪ੍ਰੇਮ ਦੇ ਨਾਲ ਬੇਨਤੀ ਕਰਕੇ ਹੱਥ ਜੋੜ ਕੇ ਪੁੱਛਿਆ, ਕਿਸ ਵਾਸਤੇ ਤੁਸੀਂ ਲੰਗਰ ਦੇ ਦਰਵਾਜ਼ੇ ਤੇ ਪਹੁੰਚੇ ਹੋ? ਹੋਰ ਬਚ ਕਹਿਓ ਸ਼ੁਦਾ ਅਪਲਾਏ। ਤੇ ਸਤਿਗੁਰੂ ਉਸੇ ਤਰ੍ਹਾਂ ਹੀ ਬਣੇ ਹੋਏ ਇੱਕ ਸਾਦੇ ਜਿਹੇ ਸਿੱਖ ਬਣੇ ਹੋਏ, ਭੇਸ ਬਦਲਿਆ ਹੋਇਆ। ਤੇ ਮਹਾਰਾਜ ਨੇ ਜਵਾਬ ਦਿੱਤਾ, ਕਹਿਣ ਲੱਗੇ ਭਾਈ ਇਹ ਨਮਸਕਾਰ ਤੇ ਠੀਕ ਹੈ, ਪਰ ਸਾਨੂੰ ਭੁੱਖ ਲੱਗੀ ਹੋਈ ਹੈ। ਅਸੀਂ ਭੁੱਖ ਲੱਗੀ ਹੈ ਤੇ ਤਾਂ ਤੇਰੇ ਲੰਗਰ ਦੇ ਦਰਵਾਜ਼ੇ ਤੇ ਆਏ ਹਾਂ। ਸਾਨੂੰ ਭੁੱਖ ਡਾਢੀ ਲੱਗੀ ਹੈ, ਕੋਈ ਪ੍ਰਸ਼ਾਦਾ ਗੱਫਾ ਹੈ ਤੇ ਲਿਆਓ ਅਸੀਂ ਛਕ ਲਈਏ। ਇਹ ਮਹਾਰਾਜ ਨੇ ਬਚਨ ਆਖੇ ਹਨ। ਸੁਨਤ ਗਏ ਲੰਗਰ ਮੈਂ ਧਾਏ। ਉਸ ਵੇਲੇ ਭਾਈ ਨੰਦ ਲਾਲ ਨੇ ਸੁਣੇ ਬਚਨ ਵੀ ਸਿੱਖ ਨੂੰ ਭੁੱਖ ਲੱਗੀ ਹੈ। ਜੇ ਸਿੱਖ ਭੁੱਖਾ ਹੈ ਤੇ ਮੇਰਾ ਗੁਰੂ ਭੁੱਖਾ ਹੈ, ਕਿਉਂਕਿ ਗੁਰੂ ਸਿੱਖਾਂ ਵਿੱਚ ਹੀ ਵਰਤਦਾ ਪਿਆ, ਐਸੀ ਭਾਵਨਾ ਹੈ। ਭਾਈ ਨੰਦ ਲਾਲ ਨੇ ਆਖਿਆ ਵੀ 1 ਮਿੰਟ ਦਾ ਵੀ ਸਮਾਂ ਜ਼ਿਆਦਾ ਹੋਵੇਗਾ, ਮੈਨੂੰ ਇੰਨਾ ਸਮਾਂ ਵੀ ਨਹੀਂ ਚਾਹੀਦਾ। ਦੌੜ ਕੇ ਉੱਥੇ ਗਏ ਜਿੱਥੇ ਲੰਗਰ ਤਿਆਰ ਕਰਦੇ ਨੇ, ਜਿਸ ਕਮਰੇ ਦੇ ਵਿੱਚ ਜਿੱਥੇ ਲੰਗਰ ਤਿਆਰ ਹੁੰਦਾ ਬਣਦਾ ਪਿਆ, ਭੱਜ ਕੇ ਉੱਥੇ ਗਏ ਹਨ। ਭੋਜਨ ਮਾਤਰ ਸੋਲੀਨ ਉਚਾਏ। ਕਹਿਣ ਲੱਗੇ ਵੀ ਛਕਣ ਵਾਸਤੇ ਜਿਹੜਾ ਭੋਜਨ ਹੈ ਉਸ ਵੇਲੇ ਉਥੋਂ ਚੁੱਕ ਲਿਆ, ਛਕਣੇ ਜੋਗਾ ਭੋਜਨ, ਜਿੰਨਾ ਕੋਈ ਛਕ ਸਕੇ, ਭੁੱਖ ਦੂਰ ਹੋ ਸਕੇ, ਇੰਨਾ ਕੋਈ ਭੋਜਨ ਭਾਈ ਨੰਦ ਲਾਲ ਜੀ ਚੁੱਕ ਕੇ ਲਿਆਏ ਹਨ। ਗੁੰਦਿਓ ਆਟਾ ਭੀਗੀ ਦਾਲ। ਤੇ ਉਸ ਵੇਲੇ ਗੁਰਮੁਖੋ ਸਮਾਂ ਇੰਨਾ ਕੁ ਹੈ, ਬੇਨਤੀ ਕੀਤੀ, ਆਖਣ ਲੱਗੇ ਜੀ ਆਟਾ ਗੁਝਾ ਪਿਆ ਤੇ ਦਾਲ ਪਾਣੀ ਵਿੱਚ ਭਿੱਜੀ ਪਈ ਹੈ। ਦਾਲ ਵੀ ਪਾਣੀ ਵਿੱਚ ਪਈ ਹੋਈ ਹੈ, ਗਲੀ ਹੋਈ ਹੈ, ਤੇ ਬਸ ਤੜਕਾ ਹੀ ਲੱਗਣ ਵਾਲਾ, ਤੇ ਪ੍ਰਸ਼ਾਦਿਆਂ ਵਾਸਤੇ ਆਟਾ ਗੁੰਨਿਆ ਪਿਆ। ਤਿਆਰੀ ਮੇਰੀ ਬਿਲਕੁਲ ਹੀ ਫੁੱਲ ਹੈ। ਤੇ ਨਾਲ ਬਚਨ ਕਰਦੇ ਹਨ, ਲੋਨ ਘੀ ਲੈ ਸਮਦਾ ਨਾਲ। ਤੇ ਬਸ ਇਹ ਦਾਲ ਦੇ ਵਿੱਚ ਲੂਣ ਪਾਉਣਾ ਤੇ ਘਿਓ ਪਾਉਣਾ, ਇੰਨੀ ਕੁ ਡੇਰੀ ਹੈ। ਅਤੇ ਲੱਕੜਾਂ ਮੇਰੇ ਕੋਲ ਪਈਆਂ ਨੇ, ਅੱਗ ਮੈਂ ਝਾਟੀ ਬਾਲ ਦੇਣੀ ਹੈ, ਇਹ 'ਚ ਕੋਈ ਬਹੁਤਾ ਸਮਾਂ ਨਹੀਂ ਲੱਗਣਾ। ਹੁਣੇ ਹੀ ਮੈਂ ਅੱਗ ਬਾਲ ਕੇ ਇਹਦੇ ਵਿੱਚ
जो भी मसाले वगैरह लूण वगैरह वो पाना है और इस दाल विच घ्यो पाना बाकी है। आन सिख के आगे धरी उसे वेले गुरमुखो नाले बचन कीते, नाल मिंटो मिंटी थोड़ी जी दाल बना के छोटे भांडे दे विच ते नाल ही 2-4 प्रशादे लाए, ला के ते थाली विच रख के प्रशादे नाल पा के गरम गरम दाल ते जिथे सतगुरु बैठे सन भेस बदल के उथे लिया के अगे रखिया है। बहुत खरे होए बेनती करी अते जदों प्रशादा रखिया न तो फिर हाथ जोड़ के नाल बेनती कीती खलो के, कहन लगे गुरु क्या सिखा तेरे अगे भोजन ते रख दिता, पर मेरी एक बेनती है। की बेनती है वो दसन लगे हाँ लिहो अवै यह हाजर है। ते बेनती ये कीती भी इस वेले बस मेरे कोलों इहो ही तैयार हो सकिया, इस वेले मैं बहुते भोजन नहीं बना सकिया क्योंकि समा बड़ा थोड़ा है। तैनूं भुख लगी हुई है, जे मैं सब्जी बनाउण बैठ जांदा जां होर कोई पकवान बनाउंदा ते समा लग जाना है। इस वेले मेरे कोल बस ये दाल ये प्रशादा हाजिर मैं कर दिता है, तू थोड़ा जिहा इहदे विचों छक ला, अपनी भुख दूर कर ला। इन्ने चिर नूं मैं होर प्रशादा तैयार करांगा चंगे तरीके नाल वधिया पकवान बना के, फिर तैनूं वो छकाया जावेगा। पर अजे मैं तेरी भुख नूं मुख रखदियां होया ये थोड़ा जिहा भोजन बना के लिआंदा है। आप जी इसे भोजन नूं ही अंगीकार करो, इहदे विचों थोड़ा बहुता छको, अपनी भुख नूं दूर करना करो। अपन तैयार होवत जे बहै अते थोड़े समय दे विच फिर होर लंगर वधिया लंगर तैयार होवेगा। मैं 1-2 सब्जियां भी बनावांगा, प्रशादे बनाउण वाले सिख प्रशादे बनाउणगे, उन्हां नूं घिओ दे विच चोपड़ के चंगी तरह अचार गंढे दे नाल तैयार करके तैनूं वधिया भोजन छकावांगे। ये सादा हल्का भोजन तेरे वास्ते तां छेती लिआंदा है कि तैनूं भुख लगी है और तेरी भुख दूर हो जावे, ऐसी नाल बेनती कीती है। अभिलाखत कीजै तज खेद अते तुसीं ये अपना जिहड़ा तुहानूं दुख आ गया ना भुख दा इनू दूर करो ते जिन्ना को जरूरत है उन्ना को हल्का जिहा भोजन आप जी छक लेना करो। अटे हरख धर गुरु अभेद ते सतगुरु पातशाह महाराज ने छक लिया भाईओ प्रशादा दाल फुलका छक लिया ते छक के दसिया नहीं भी नंद लाल भी असीं आए हैं पर करन वास्ते। छक के प्रशादा महाराज ने कुरला किया, हाथ सुचे कीते ते भांडे जिहड़े सन आप ही महाराज उत्थे रखा जिथे भांडे साफ करने। जे सतगुरु आप पिछे मुड़ पे वापस आउण वास्ते सो लेकर निज निकट रखाए। ते सतगुरु पातशाह महाराज साहब जियां ने कहन लगे भी कुछ प्रशादा छकिया ते कुछ प्रशादा महाराज ने थाल विच ही रहन दिता। ते महाराज ने आख्या कहन लगे भाई लंगर वाले बेनती ये है भी मैं थोड़ा जिहा ते छक लिया, थोड़ा जिहा जे मैं बाद में छकना जे आ गया होवे तो मैं नाल ही लै जावां। ये भोजन मैं कल नूं बर्तन जिहड़े ने वापस कर दियांगा। इस तरह कह के अद्धा भोजन छकिया। धन गुरु गोबिंद सिंह महाराज जियां ने अद्धे भोजन की थाली आप ही हत्थां विच चुक ली। उस वेले भाई नंद लाल नूं ये नहीं पता भी ये गुरु गोबिंद सिंह महाराज आप आए हुए ने, महाराज ने अपना भेस बदलिया हुआ। इस तरह कह के अद्धा भोजन छकिया अद्धा हाथ विच ले लिया है। सो स्वरूप सतगुर पलटाए अते सतगुरु पातशाह महाराज साहब जियां ने फिर अपना रूप बदलिया उस वेले विखाउण वास्ते कौतक करन वास्ते। पहरे भूखन वस्त्र विसाल अते सतगुरु पातशाह महाराज साहब जी घर आ गए। घरे आके वो जिहड़े वस्त्र पहले पाए वो महाराज ने उतारे ते जिहड़े वस्त्र महाराज रोज पाउंदे सन वो वस्त्र पा के पातशाह जी तैयार होए। शस्त्र वस्त्र अपने शरीर ते सजाए हन। सभा आन बैठे तिस काल ते सतगुरु पातशाह महाराज फिर दीवान विच बैठ गए। अगले दिन दा दीवान सजना महाराज चंगी तरह सज धज के दीवान विच बैठे। जिस वेले दीवान विच बैठे हन हुण चर्चा विच सभा चलाई। इन्ने चिर नूं संगतां आ गईयां, सिख आ गए चल के। उस वेले जदों सिख आए ते फिर वो चर्चा चल पई पहला वांग। वो सारे ही आपो अपनी शेखी मार लग पे। मेरा लंगर महाराज बड़ा वधिया चलदा अज, दूजा आखदा मेरा बड़ा वधिया चलदा। ये नहीं पता भी सतगुरु साडी परख कर आए। फिर चर्चा चल पई लंगर दी। उस वेले सतगुरु सारियां दा वचन सुनदे पए हन। आप अपनी देग बताई अते आपो अपनी देग दसन लग पे। महाराज ने पूछया भी तेरे लंगर च की बनदा? उन्हें 5-7 पहलां ते सब्जियां गनाइयां। महाराज उत्थे ते पनीर बनया पिया, महाराज खुंबां भी बनिया होईयां। कोई आखदा महाराज घिओ तोरियां बनियां, कोई आखदा महाराज मैं हुणे खीर बना के आया बदामां वाली।
ਆਪੋ ਆਪਣਾ ਦੱਸਦੇ ਪਏ, ਬਣਿਆ ਕੁਝ ਵੀ ਨਹੀਂ ਹੈ ਪਰ ਦੱਸਦੇ ਬਹੁਤਾ ਪਏ। ਸਤਿਗੁਰੂ ਕਹਿਣ ਲੱਗੇ ਠੀਕ ਹੈ, ਸਾਨੂੰ ਪਤਾ ਜੋ ਬਣਿਆ ਅਸੀਂ ਵੇਖ ਆਏ ਹਾਂ। ਦੂਜੇ ਨੂੰ ਪੁੱਛਿਆ ਤੇਰੇ ਲੰਗਰ ਵਿੱਚ ਕੀ ਬਣਿਆ, ਉਹਨੇ ਵੀ 5-7 ਲੰਗਰ ਗਿਣਾ ਦਿੱਤੇ। ਮਹਾਰਾਜ ਇਹ ਬਣਿਆ ਹੋਇਆ, ਇਹ ਬਣਿਆ ਹੋਇਆ। ਵਾਰੀ ਵਾਰੀ ਮਹਾਰਾਜ ਸਾਰਿਆਂ ਨੂੰ ਪੁੱਛਦੇ ਪਏ ਔਰ ਸਾਰੇ ਜਿਹੜੇ ਨੇ ਉਹ ਆਪੋ ਆਪਣੇ ਲੰਗਰ ਦੀ ਤਾਰੀਫ ਕਰਦਿਆਂ ਹੋਇਆਂ ਕਈ ਭੋਜਨ ਗਿਣਾਉਂਦੇ ਪਏ। ਮੈਂ ਇਹ ਬਣਾ ਕੇ ਆਇਆ, ਸਤਿਗੁਰੂ ਸੁਣਦੇ ਪਏ ਹਨ। ਇਤੋ ਅਨ ਲੰਗਰ ਹੋਏ ਤਿਆਰ। ਕੋਈ ਆਖਦਾ ਮਹਾਰਾਜ ਮੇਰੇ ਲੰਗਰ ਦਾ ਤੇ ਖਰਚਾ ਬਹੁਤਾ ਹੀ ਹੈ, ਮੈਂ ਤੇ ਰੋਜ਼ ਘਿਓ ਪਾ ਕੇ ਦੁੱਧ ਪਾ ਕੇ ਫਿਰ ਖੀਰ ਤਿਆਰ ਕਰਦਾ, ਮੇਰੇ ਤੇ ਘਿਓ ਦਾ ਬੜਾ ਖਰਚਾ। ਕੋਈ ਦੁੱਧ ਦਾ ਖਰਚਾ ਗਿਣਾਈ ਜਾਂਦਾ, ਕੋਈ ਚੌਲਾਂ ਦਾ ਗਿਣਾਈ ਜਾਂਦਾ, ਕੋਈ ਇਸੇ ਤਰ੍ਹਾਂ ਸਬਜ਼ੀਆਂ ਦਾ ਖਰਚਾ ਗਿਣਾਉਂਦਾ ਪਿਆ। ਤੇ ਕਈ ਤਰ੍ਹਾਂ ਦੇ ਪ੍ਰਸ਼ਾਦੇ ਮੇਰੇ ਲੰਗਰ ਵਿੱਚ ਤੇ ਮੱਕੀ ਵਾਲੇ ਵੀ ਬਣਦੇ ਪਏ, ਕੋਈ ਆਖਦਾ ਆਟੇ ਵਾਲੇ ਬਣਦੇ ਪਏ। ਆਪੋ ਆਪਣਾ ਖਰਚਾ ਜਿਹੜਾ ਹੋ ਨਹੀਂ ਰਿਹਾ ਉਸ ਤੋਂ ਵੀ ਕਈ ਗੁਣਾ ਵੱਧ ਦੱਸਿਆ ਜਾ ਰਿਹਾ ਵੀ ਮੈਂ ਲੰਗਰ ਵਿੱਚ ਇਹ ਬਣਾਉਂਦਾ ਤੇ ਵਰਤਾਉਂਦਾ। ਸਤਿਗੁਰੂ ਸਾਰਿਆਂ ਦਾ ਬਚਨ ਸੁਣਦੇ ਹਨ। ਸਿੱਖ ਸੰਗਤ ਸਭ ਕਰੈ ਆਹਾਰ। ਮਹਾਰਾਜ ਮੇਰੇ ਲੰਗਰ ਦੇ ਵਿੱਚ ਬਹੁਤ ਸੰਗਤਾਂ ਛਕਦੀਆਂ ਆ ਕੇ, ਮੇਰਾ ਲੰਗਰ ਵੱਡਾ ਹੈ, ਜ਼ਿਆਦਾ ਸੰਗਤ ਮੇਰੇ ਲੰਗਰ ਵਿੱਚ ਆਉਂਦੀ ਹੈ। ਇਸ ਤਰ੍ਹਾਂ ਆਪੋ ਆਪਣੀ ਤਾਰੀਫ ਕਰਦੇ ਹਨ। ਸੁਨ ਕਲਗੀਧਰ ਸਭ ਬਿਦਤਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸੁਣ ਕੇ ਨਾ ਸਾਰਿਆਂ ਦਾ ਬਚਨ ਤੇ ਪਾਤਸ਼ਾਹ ਜੀ ਇਹਨਾਂ ਨੂੰ ਨੰਗਿਆ ਕਰਨ ਵਾਸਤੇ ਫਿਰ ਗੱਲ ਪ੍ਰਗਟ ਕੀਤੀ। ਕਹਿਣ ਲੱਗੇ ਸਾਨੂੰ ਪਤਾ ਤੁਸੀਂ ਲੰਗਰ ਵਿੱਚ ਕੀ ਬਣਾਉਂਦੇ ਹੋ, ਸਾਨੂੰ ਇਹ ਵੀ ਪਤਾ ਤੁਸੀਂ ਕਿਵੇਂ ਵਰਤਾਉਂਦੇ ਹੋ, ਸਾਨੂੰ ਇਹ ਵੀ ਪਤਾ ਤੁਸੀਂ ਸੰਗਤ ਨਾਲ ਕੀ ਸਲੂਕ ਕਰਦੇ ਹੋ, ਇਹ ਸਾਨੂੰ ਸਭ ਕੁਝ ਪਤਾ ਹੈ। ਤੇ ਫਿਰ ਉਸ ਵੇਲੇ ਮਹਾਰਾਜ ਜੀਆਂ ਨੇ ਵਿਚਰੇ ਹਮ ਡੇਰਨ ਸਮੁਦਾਈ। ਤੇ ਸਤਿਗੁਰਾਂ ਨੇ ਦੱਸਿਆ, ਕਹਿਣ ਲੱਗੇ ਕੱਲ ਇੱਕ ਤੁਹਾਡੇ ਡੇਰੇ ਸਿੱਖ ਨਹੀਂ ਆਇਆ, ਉਹਨੇ ਇਹੋ ਜਿਹੇ ਕੱਪੜੇ ਪਾਏ। ਮਹਾਰਾਜ ਆਇਆ ਤੇ ਸੀ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਅਸੀਂ ਆਪ ਹੀ ਗਏ ਸੀ, ਕੋਈ ਸਿੱਖ ਨਹੀਂ ਸੀ, ਉਹ ਅਸੀਂ ਖੁਦ ਗਏ ਸੀ ਆਪਣਾ ਭੇਸ ਬਦਲ ਕੇ ਤੁਹਾਡੀ ਪਰਖ ਕਰਨ ਵਾਸਤੇ। ਜਦੋਂ ਇਹ ਬਚਨ ਸੁਣਿਆ ਤੇ ਹੈਰਾਨ ਹੋ ਗਏ ਵੀ ਅਸੀਂ ਤੇ ਮਹਾਰਾਜ ਦੇ ਅੱਗੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਵੀ ਇੰਨੇ ਲੰਗਰ ਬਣਦੇ, ਇੰਨੀਆਂ ਸਬਜ਼ੀਆਂ ਬਣਦੀਆਂ, ਇੰਨੇ ਪਕਵਾਨ ਬਣਦੇ, ਪਰ ਜਦੋਂ ਇਹ ਗਏ ਉਦੋਂ ਤੇ ਕੁਝ ਵੀ ਨਹੀਂ ਸੀ ਬਣਿਆ। ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦੱਸਿਆ ਹੈ, ਕਿਨਹੂ ਕਹਿਓ ਕੁਛ ਦੇਰ ਸੁਨਾਵੇ। ਮਹਾਰਾਜ ਕਹਿਣ ਲੱਗੇ ਕਿਸੇ ਨੇ ਆਖਿਆ ਵੀ ਢੇਰ ਲੱਗਣੀ ਹੈ, ਸਾਨੂੰ ਲੱਗੀ ਹੈ ਭੁੱਖ, ਕੋਈ ਆਖਦਾ ਹਾਲੇ ਢੇਰ ਲੱਗਣੀ ਹੈ। ਅਨ ਸਿੱਧ ਨਹਿ ਆਤਹਿ ਲਿਆਵੇ। ਕਿਸੇ ਨੇ ਆਖਿਆ ਵੀ ਅਜੇ ਆਟਾ ਨਹੀਂ ਗੁੰਨਿਆ, ਕਿਸੇ ਨੇ ਆਖਿਆ ਵੀ ਅਜੇ ਦਾਲ ਨਹੀਂ ਬਣੀ ਹੈ, ਕੋਈ ਆਖਦਾ ਅਜੇ ਤੇ ਪਾਣੀ ਨਹੀਂ ਭਰਿਆ ਭਾਂਡਿਆਂ ਦੇ ਵਿੱਚ, ਕੋਈ ਆਖਦਾ ਮੈਂ ਅੱਗ ਨਹੀਂ ਬਾਲੀ ਹੈ। ਤੁਸੀਂ ਸਾਰਿਆਂ ਨੇ ਜਦੋਂ ਅਸੀਂ ਲੰਗਰ ਛਕਣ ਵਾਸਤੇ ਗਏ, ਤੁਸੀਂ ਸਾਰਿਆਂ ਨੇ ਕੋਈ ਨਾ ਕੋਈ ਬਹਾਨਾ ਲਾਇਆ ਹੈ। ਸਭ ਸਿੱਖਨ ਕੇ ਸ਼ੁਦਾ ਜਨਾਈ। ਅਤੇ ਅਸੀਂ ਸਾਰਿਆਂ ਸਿੱਖਾਂ ਨੂੰ ਜਾ ਕੇ ਆਪਣੀ ਭੁੱਖ ਦੱਸੀ ਹੈ ਵੀ ਅਸੀਂ ਰਾਹ ਤੋਂ ਚੱਲ ਕੇ ਆਏ ਹਾਂ, ਸਾਨੂੰ ਭੁੱਖ ਬੜੀ ਜ਼ਿਆਦਾ ਲੱਗੀ ਹੈ। ਆਹ ਗੱਲ ਦੱਸਣ ਦੇ ਬਾਵਜੂਦ ਵੀ ਮਹਾਰਾਜ ਕਹਿਣ ਲੱਗੇ ਸਾਨੂੰ ਕਿਸੇ ਨੇ ਭੋਜਨ ਨਹੀਂ ਦਿੱਤਾ ਹੈ। ਇਸਕੇ ਬੈਠ ਨ ਕੁਛ ਮੁਖ ਪਾਈ। ਮਹਾਰਾਜ ਕਹਿਣ ਲੱਗੇ ਲੰਗਰਾਂ ਵਿੱਚ ਅਸੀਂ ਫਿਰੇ, ਲੰਗਰਾਂ ਵਿੱਚ ਅਸੀਂ ਗਏ, ਪਰ ਕਿਸੇ ਵੀ ਲੰਗਰ ਦੇ ਵਿੱਚ ਸਾਨੂੰ ਇੱਕ ਵੀ ਪ੍ਰਸ਼ਾਦਾ ਛਕਣ ਵਾਸਤੇ ਪ੍ਰਾਪਤ ਨਹੀਂ ਹੋਇਆ। ਜਦੋਂ ਇਹ ਬਚਨ ਆਖੇ ਨਾ ਮਹਾਰਾਜ ਸਾਹਿਬ ਜੀਆਂ ਨੇ, ਸਾਰੇ ਨੀਵੀਂ ਪਾ ਕੇ ਮਹਾਰਾਜ ਸਾਹਿਬ ਜੀ ਦੇ ਅੱਗੇ ਬੈਠੇ ਹੋਏ। ਭਾਈ ਨੰਦ ਲਾਲ ਵੀ ਬੈਠੇ ਹੋਏ ਸੰਗਤ ਵਿੱਚ, ਉਹ ਪਹਿਲਾਂ ਹੀ ਨੀਵੀਂ ਪਾ ਕੇ ਬੈਠੇ ਹੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੇਖਿਆ ਭਾਈ ਨੰਦ ਲਾਲ ਦੇ ਵੱਲ। ਉਸ ਵੇਲੇ ਮਹਾਰਾਜ ਫਿਰ ਭਾਈ ਨੰਦ ਲਾਲ ਨਾਲ ਕਿਹੜੇ ਕਿਹੜੇ ਬਚਨ ਕਰਨਗੇ, ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਕਰਦੇ ਔਰ ਹੋਰ ਕਿਹੜੇ ਬਚਨ ਕਰਨਗੇ, ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਸਾਡਾ ਭਲਾ ਹੋਵੇ। ਲੇਖਾ ਕਥਾ ਹੈ ਨਾ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਸ ਵੇਲੇ ਸਵੇਰੇ ਸ਼ਾਮ ਦੀਵਾਨ ਚੱਲਦੇ ਨੇ ਕੀਰਤਨ ਦੇ, ਕਥਾ ਦੇ, ਉਸ ਵੇਲੇ ਸੰਗਤਾਂ ਕੇਵਲ ਦੀਵਾਨ ਦੇ ਵਿੱਚ ਕੀਰਤਨ ਤੇ ਕਥਾ ਸਰਵਣ ਕਰਿਆ ਕਰੋ। ਜਿਨ੍ਹਾਂ ਸੰਗਤਾਂ ਨੇ ਨਿਤਨੇਮ ਕਰਨਾ ਜਾਂ ਬਾਣੀ ਪੜ੍ਹਨੀ ਹੈ, ਉਹਨਾਂ ਨੂੰ ਬੇਨਤੀ ਹੈ ਕਿ ਉੱਪਰ ਹਾਲ ਵਿੱਚ ਜਾ ਕੇ ਉੱਥੇ ਤੁਸੀਂ ਗੁਟਕਾ ਸਾਹਿਬ ਤੋਂ ਬਾਣੀ ਪੜ੍ਹ ਸਕਦੇ ਹੋ। ਚੱਲਦੇ ਹੋਏ ਦੀਵਾਨ ਦੇ ਵਿੱਚ ਸੋ ਬਾਣੀ ਜਿਹੜੀ ਹੈ ਜਦੋਂ ਸੰਗਤਾਂ ਪੜ੍ਹਦੀਆਂ, ਫਿਰ ਦੂਜੀਆਂ ਸੰਗਤਾਂ ਦਾ ਧਿਆਨ ਵੀ ਇੱਧਰ ਉੱਧਰ ਜਾਂਦਾ ਹੈ। ਇਸ ਕਰਕੇ ਬੇਨਤੀ ਹੈ ਚੱਲਦੇ ਦੀਵਾਨ ਵਿੱਚ ਜਿਹਨੇ ਬਾਣੀ ਪੜ੍ਹਨੀ ਹੈ ਉਹ ਉੱਪਰ ਜਾ ਕੇ ਹਾਲ ਵਿੱਚ ਬਾਣੀ ਪੜ੍ਹ ਲਿਆ ਕਰੋ। ਬਾਕੀ ਸੰਗਤਾਂ ਇਕਾਗਰ ਹੋ ਕਰਕੇ ਦੀਵਾਨ ਦਾ ਪੂਰਾ ਲਾਹਾ ਪ੍ਰਾਪਤ ਕਰਿਆ ਕਰੋ। ਨਾਲ ਬੇਨਤੀ ਹੈ ਬਾਹਰ ਬਰਾਂਡੇ ਵਿੱਚ ਚਾਦਰਾਂ ਪਈਆਂ ਧੋਣ ਵਾਲੀਆਂ,
ਜਿਹੜੀਆਂ ਸੰਗਤਾਂ ਲਿਜਾ ਸਕਦੀਆਂ ਚਾਦਰਾਂ ਧੋ ਕੇ ਲਿਆਉਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਹੈ ਬਾਣੀ